गणन के नाशक हर गोबिंद शुभ मत प्रकाशक। गुरु हर राय नामो कर जोरी। नमो कर जोरी। गुरु हर कृष्ण मनाबू बहोरी। तेग बहादुर परमं किरपाला। वाहिगुरु परमं किरपाला। श्री गुरु गोबिंद सिंह बेसाला। तरੋਂ ਤਰਾ ਪੱਗ ਪੁੰਨ ਪੁੰਨ ਸੀਸਾ। ਪੱਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ। जामह अमृत ज्ञान है मानक भगत बैराग। धन श्री गुरु ग्रंथ उदद बंदो कर अनुराग। एक ओंकार सतगुरु जेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। जाहि पहार उपारन मैं जब। लाग्यो तबै एव बाणी अलाई। मोहि उचाबो नाहि अबै। जे उचाबो तो सुनिए मन लाई। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी। आप जी वड भागे हो जो 8वें पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार के नियम अनुसार गुरु इतिहास की
ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਜੀ ਨੇ ਪਹਿਲੀ ਉਦਾਸੀ 12 ਸਾਲ ਲੰਬੀ ਕੀਤੀ ਸੀ। ਹੁਣ ਤੁਸੀਂ 12 ਨੂੰ 12 ਨਾਲ ਜਦੋਂ ਮਲਟੀਪਲਾਈ ਕਰੋਗੇ 144 ਮਹੀਨੇ ਬਣਦੇ ਨੇ। ਔਰ ਜੇ 12 ਨੂੰ 365 ਨਾਲ ਗੁਣਾ ਕਰੋਗੇ ਤਾਂ ਤੁਸੀਂ ਸੋਚ ਸਕਦੇ ਹੋ ਕਿੰਨੇ ਹਜ਼ਾਰਾਂ ਦਿਨ ਬਣਦੇ ਨੇ। ਦੂਸਰੀ ਯਾਤਰਾ ਸਤਿਗੁਰਾਂ ਨੇ ਆਪਣੇ ਨਗਰ ਤੋਂ ਸ਼ੁਰੂ ਕੀਤੀ। ਪਹਿਲਾ ਪੜਾਅ ਕੁਰੂਕਸ਼ੇਤਰ ਸੀ, ਦੂਸਰਾ ਪੜਾਅ ਹਰਿਦੁਆਰ ਸੀ। ਗੁਰੂ ਦੇ ਅਰਥ ਗਿਆਨ ਦੇਣ ਵਾਲਾ ਹੈ। ਗੁਰੂ ਦੀ ਵਡਿਆਈ ਹੀ ਇਹ ਹੈ ਕਿ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਾਡੇ ਤੋਂ ਭੁੱਲ ਹੁਣ ਸਿਰਫ ਇੱਥੇ ਹੋਈ ਹੈ ਕਿ ਅਸੀਂ ਗੁਰਦੁਆਰੇ ਜਾਂ ਸੁਖਣਾ ਸੁਖਣ ਜਾਂਦੇ ਹਾਂ ਜਾਂ ਸੁਖਣਾ ਉਤਾਰਨ ਜਾਂਦੇ ਹਾਂ। ਅਸੀਂ ਗੁਰੂ ਕੋਲੋਂ ਮੱਤ ਲੈਣ, ਬੁੱਧ ਲੈਣ, ਅਕਲ ਲੈਣ, ਗਿਆਨ ਲੈਣ, ਵਿਵੇਕ ਲੈਣ, ਸਮਝ ਲੈਣ, ਰਸਤਾ ਪੁੱਛਣ ਅਸੀਂ ਨਹੀਂ ਜਾਂਦੇ। ਉਹ ਚੀਜ਼ਾਂ ਅਸੀਂ ਜੋਤਸ਼ੀਆਂ ਨੂੰ ਪੁੱਛਦੇ ਫਿਰਦੇ ਹਾਂ, ਕਰਮ ਕਾਂਡੀਆਂ ਨੂੰ ਪੁੱਛਦੇ ਫਿਰਦੇ ਹਾਂ। ਜਿਹੜੇ ਲੋਕ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ। ਤੁਸੀਂ ਵੇਖਿਆ ਹੋਣਾ ਗੁਰਦੁਆਰੇ ਆ ਕੇ ਨਾ ਅਸੀਂ ਦਵਾ ਦਵ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹੁਣ ਇਹ ਕਿੰਨੀ ਵੱਡੀ ਇੱਕ ਦੁਬਿਧਾ ਦੀ ਗੱਲ ਹੈ ਕਿ ਜੇ ਕਹੀਏ ਵੀ ਪਾਠ ਨਾ ਕਰੋ। ਵੇਖੋ ਜੀ ਗਿਆਨੀ ਜੀ ਪਾਠ ਕਰਨ ਤੋਂ ਰੋਕਦੇ ਨੇ। ਦੱਸੋ ਗੁਰਦੁਆਰੇ ਆ ਕੇ ਪਾਠ ਨਹੀਂ ਕਰਨਾ ਤੇ ਹੋਰ ਕੀ ਕਰਨਾ ਹੈ? ਪਾਠ ਤੁਹਾਡਾ ਹੋਮਵਰਕ ਹੈ, ਇਹ ਤੁਸੀਂ ਘਰੋਂ ਕਰਕੇ ਆਉਣਾ ਸੀ। ਇਹ ਬਾਬਿਆਂ ਦੇ ਕੰਮ ਨੇ, ਮੈਨੂੰ ਖਿਮਾ ਕਰ ਦੇਣਾ। ਉਹਨਾਂ ਦਾ ਮਤਲਬ ਇਹ ਹੁੰਦਾ ਵੀ ਮੱਥਾ ਸਾਡੇ ਕੋਲੋਂ ਟੇਕੋ, ਗੱਲ ਸਾਡੀ ਸੁਣੋ,
ਵੀ ਤੁਹਾਨੂੰ ਗੁਰਦੁਆਰੇ ਕੋਈ ਗੱਲ ਨਾ ਸੁਣ ਜਾਏ ਵੀ ਕਿਤੇ ਸਾਡੇ ਕਸਟਮਰ ਨਾ ਟੁੱਟ ਜਾਣ, ਉਹਨਾਂ ਦੀ ਹੱਡੀ ਖਰਾਬ ਹੁੰਦੀ ਹੈ। ਤੁਸੀਂ ਯਕੀਨ ਕਰੋਗੇ ਜਿਹੜੀ ਤੁਸੀਂ ਇਹ ਕਥਾ ਸੁਣਦੇ ਹੋ, ਇਹ ਕਥਾ YouTube ਤੇ ਜਾਂਦੀ ਹੈ, Facebook ਤੇ ਜਾਂਦੀ ਹੈ, ਤੁਸੀਂ ਉੱਥੇ ਵੇਖੋ ਕਿੰਨੇ ਹਜ਼ਾਰਾਂ ਲੋਕ ਕਥਾ ਸੁਣਦੇ ਨੇ। ਫਿਰ ਉਹ ਨਾਲ ਨਾਲ ਆਪਣੇ ਕਮੈਂਟਸ ਵੀ ਦਿੰਦੇ ਨੇ। ਪਰ ਇਹਦੇ ਤੋਂ ਇਲਾਵਾ GTV ਤੇ ਜਾਂਦੀ ਹੈ, ਸਾਰੇ ਮੁਲਕਾਂ 'ਚ ਜਾਂਦੀ ਹੈ। ਲੋਕੀ ਟਰੱਕ ਰੋਕ ਕੇ ਕੰਮ ਧੰਦਾ ਛੱਡ ਕੇ ਇਹ ਕਥਾ ਸੁਣਦੇ ਨੇ। 4 ਸਾਲ ਪੁਰਾਣੀ ਗੱਲ ਹੈ। ਸ਼ਾਮੀ ਮੇਰੇ ਖਿਆਲ 4 ਵਜੇ ਦਾ ਟਾਈਮ ਹੋਣਾ ਹੈ, ਗਰਮੀਆਂ ਦੇ ਦਿਨ ਸੀ, ਤੇ ਮੈਨੂੰ ਫੋਨ ਆਉਂਦਾ ਹੈ। ਫਤਿਹ ਬੁਲਾ ਕੇ ਉਹ ਭੈਣ ਕਹਿੰਦੀ ਵੀ ਭਾਈ ਸਾਹਿਬ ਅਸੀਂ ਤੁਹਾਨੂੰ ਮਿਲਣ ਆਏ ਆ, ਕਿੱਥੇ ਹੋ? ਮੈਂ ਕਿਹਾ ਭੈਣ ਜੀ ਮੈਂ ਤੇ ਅਜੇ ਸੁੱਤਾ ਹੀ ਪਿਆ। ਕਹਿੰਦੀ ਛੇਤੀ ਆ ਜਾਓ, ਸਾਡੀ ਰਾਤ ਨੂੰ ਫਲਾਈਟ ਹੈ। ਮੈਂ ਕਿਹਾ ਜੀ ਫਿਰ ਵੀ ਘੰਟਾ ਤੇ ਲੱਗੇਗਾ ਹੀ, ਉੱਠਾਂਗਾ, ਤਿਆਰ ਹੋਵਾਂਗਾ, ਇਸ਼ਨਾਨ ਕਰਾਂਗਾ। ਜਦੋਂ ਮੈਂ ਆਇਆ ਤੇ ਪਤਾ ਉਹਨਾਂ ਨੇ ਮੈਨੂੰ ਕੀ ਕਿਹਾ? ਦੋਨੋਂ ਜੀ ਬੈਠੇ ਨੇ, ਹਸਬੈਂਡ ਵਾਈਫ। ਕਹਿੰਦੀ ਭਾਈ ਸਾਹਿਬ ਮੈਂ ਤੁਹਾਡੀ ਖਾਤਰ ਰੋਜ਼ ਗਾਲਾਂ ਖਾਂਦੀ ਆ। ਮੈਂ ਕਿਹਾ ਭੈਣੇ ਮੇਰੀ ਖਾਤਰ ਕਿਉਂ ਖਾਂਦੀ ਹੈ? ਕਹਿੰਦੀ ਜੇ ਤੇ ਟਰੱਕ ਤੇ ਹੋਣ ਤੇ ਮੈਂ ਇਹਨਾਂ ਨੂੰ ਟੈਲੀਫੋਨ ਤੇ ਕਥਾ ਸੁਣਾਉਣੀ ਹੁੰਦੀ। ਉਦੋਂ YouTube ਤੇ ਕਥਾ ਨਹੀਂ ਸੀ ਆਉਂਦੀ। ਮੈਂ ਕਿਹਾ ਟੈਲੀਫੋਨ ਤੇ ਕਿਵੇਂ ਸੁਣਾਉਂਦੇ ਹੋ? ਕਹਿੰਦੇ TV ਦੇ ਅੱਗੇ ਟੈਲੀਫੋਨ ਔਨ ਕਰਕੇ ਰੱਖ ਦਈਦਾ, ਤੇ ਜਾਂ ਫਿਰ ਮੈਨੂੰ ਕਥਾ ਰਿਕਾਰਡ ਕਰਨੀ ਹੁੰਦੀ ਹੈ, ਤੇ ਜਿੱਦਣ ਗਲਤੀ ਹੋ ਜਾਏ ਉਦੋਂ ਹੀ ਗਾਲਾਂ ਪੈ ਜਾਂਦੀਆਂ ਨੇ। ਔਰ ਤੁਸੀਂ ਯਕੀਨ ਕਰਨਾ ਇਹ ਕਥਾ ਮੇਰੀ ਨਹੀਂ ਹੈ, ਇਹ ਕਥਾ ਗੁਰੂ ਦੀ ਹੈ। ਔਰ ਤੁਹਾਡੇ ਵਿੱਚੋਂ ਵੀ ਕਈ ਐਸੇ ਨੇ ਜਿਨ੍ਹਾਂ ਨੇ ਇੱਕ ਦਿਨ ਸੁਣੀ ਮੁੜ ਕੇ ਮਿਸ ਨਹੀਂ ਕੀਤੀ। ਜਿਨ੍ਹਾਂ ਨੇ ਇੱਕ ਦਿਨ ਇਹ ਕਥਾ ਸੁਣ ਲਈ ਹੈ ਨਾ, ਉਹ ਇਸ ਲੜੀ ਨੂੰ ਮੁੜ ਕੇ ਛੱਡ ਨਹੀਂ ਸਕੇ। ਔਰ ਮੈਂ ਵਿਸ਼ਵਾਸ ਨਾਲ ਕਹਿਣਾ ਵੀ ਜਿਨ੍ਹਾਂ ਨੇ ਇਹ ਕਥਾ 2 4 6 ਮਹੀਨੇ ਸੁਣ ਲਈ ਨਾ, ਉਹ ਫਿਰ ਗੁਰੂ ਨੂੰ ਵੀ ਨਹੀਂ ਛੱਡ ਸਕੇਗਾ। ਉਹ ਕਿਸੇ ਦੇ ਧਾਰੀ ਬੰਦੇ ਦੇ ਮਗਰ ਨਹੀਂ ਤੁਰੇਗਾ, ਉਸ ਤੋਂ ਬਾਅਦ ਤੁਰੇਗਾ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਕਰਕੇ ਮੇਰੀ 2 ਹੱਥ ਜੋੜ ਕੇ ਬੇਨਤੀ, ਗੁਰਦੁਆਰੇ ਆ ਕੇ ਪਾਠ ਨਾ ਕਰਿਆ ਕਰੋ। ਜਿੰਨਾ ਸਮਾਂ ਬਣੇ ਚੌਂਕੜੀ ਮਾਰ ਕੇ ਸਾਵਧਾਨ ਹੋ ਕੇ ਇੱਥੇ ਕਥਾ ਕੀਰਤਨ ਸੁਣਿਆ ਕਰੋ। ਪਾਠ ਤੇ ਤੁਸੀਂ ਘਰ ਬਹਿ ਕੇ ਵੀ ਕਰ ਸਕਦੇ ਹੋ, ਬੱਸ 'ਚ ਬਹਿ ਕੇ ਵੀ ਕਰ ਸਕਦੇ ਹੋ। ਕਿ ਬੱਸ 'ਚ ਬਹਿ ਕੇ ਕਥਾ ਸੁਣ ਲੋਗੇ? ਕਿ ਬੱਸ 'ਚ ਤੁਹਾਨੂੰ ਕੋਈ ਕੀਰਤਨ ਸੁਣਾਏਗਾ? ਇਹ ਦਾਤ ਤੁਹਾਨੂੰ ਇੱਥੇ ਹੀ ਮਿਲਣੀ ਹੈ। ਫਿਰ ਸੰਗਤ ਦੇ ਵਿੱਚ ਇਹਦਾ ਪੁੰਨ ਫਲ ਮਹਾਤਮ ਹੀ ਵੱਖਰਾ ਹੈ। ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਵੀ ਗਏ ਉਹਨਾਂ ਨੇ ਲੋਕਾਂ ਨੂੰ ਤੋੜਿਆ ਨਹੀਂ ਹੈ। ਵੇਖੋ ਧਰਮ ਦਾ ਬੜਾ ਪਿਆਰਾ ਸ਼ਬਦ ਹੈ। ਗੁਰੂ ਸਾਹਿਬ ਨੇ ਤੋੜਿਆ ਨਹੀਂ, ਫਿਰ ਕੀ ਕੀਤਾ? ਮੋੜਿਆ। ਗੁਰੂ ਸਾਹਿਬ ਨੇ ਇਹ ਤੇ ਨਹੀਂ ਕਿਹਾ ਵੀ ਤੀਰਥਾਂ ਤੇ ਇਸ਼ਨਾਨ ਨਹੀਂ ਕਰਨਾ ਚਾਹੀਦਾ। ਇਸ਼ਨਾਨ ਕਰਨ ਲਈ ਤੇ ਆਪਣੇ ਘਰ ਵਿੱਚ ਗੁਰੂ ਨੇ ਸਰੋਵਰ ਬਣਾ ਕੇ ਦਿੱਤੇ ਨੇ ਸਾਨੂੰ। ਪਰ ਉਹਦੇ ਵਿੱਚ ਜਿਹੜਾ ਭਰਮ ਸੀ, ਜਿਹੜੇ ਭੁਲੇਖੇ ਸੀ, ਜਿਹੜੇ ਕਰਮ ਕਾਂਡ ਸੀ, ਉਹ ਵਿੱਚੋਂ ਕੱਢ ਦਿੱਤੇ। ਉਹ ਚੀਜ਼ਾਂ ਵਿੱਚੋਂ ਖਤਮ ਕਰ ਦਿੱਤੀਆਂ। ਹਰਿਦੁਆਰ ਗਏ ਤੇ ਲੋਕਾਂ ਨੂੰ ਦੱਸਿਆ ਵੀ ਸੂਰਜ ਨੂੰ ਪਾਣੀ ਸੁੱਟਣਾ ਠੀਕ ਨਹੀਂ। ਚੌਂਕਿਆਂ ਦੀ ਗੱਲ ਸਮਝਾਈ। ਵੇਖੋ ਚੌਂਕਾ ਸੁੱਚਾ ਹੋਣਾ ਚਾਹੀਦਾ। ਤੁਸੀਂ ਯਕੀਨ ਕਰਨਾ, ਮੇਰਾ ਜਿੰਨਾ ਜ਼ੋਰ ਬਾਥਰੂਮਾਂ ਤੇ ਹੈ ਨਾ,
इन्ना इत्थे दरबार ते नहीं है। मैं 4-5 वारी बाथरूम के स्टाफ नूं कढ़ण की कोशिश की है। किहड़ी गल्लों? सिर्फ एको ही गल कि जदों भी कोई बाथरूम जावे तुसीं उहनूं हथ जोड़ के कहना वीर जी चप्पल पा लो। पता तुहानूं किड्डी वड्डी सेवा है। हुण असीं की करदे आ, बाथरूम की संभाल नहीं करनी, इत्थे पोचा फेरी जाने आ, ते जिहड़ा बाथरूम करके इत्थे आ गया उन्हें तुहाडे एक पैर नाल ही सारा पोचा रोड़ देना है। देखो विदेश नूं समझण दी लोड़ है। साडे मुल्क विच हॉस्पिटल बनाए जाते ने, डिस्पैंसरियां खोलियां जांदियां ने, बाहरले मुल्क विच बीमारी का इलाज घट किया जाता है, पर बीमारी नूं रोकिया वध जाता है। साडे च रोकण दा तो कोई है ही नहीं ना। किहड़ा बंदा कित्थे रेहड़ी ला के चीज़ वेच रहा कि गौरमेंट नूं नहीं दीदा? वो तो पुलिस वाले कहते 100 रुपया दिओ, साडे कोल भावें रूड़ी दे उत्ते खलो के वेच लो। विदेश के जिहड़े लोग ने वो बीमारी नूं रोकदे ने, इलाज घट करदे ने। जदों बंदे बीमार नहीं होणगे तो इलाज की लोड़ ही नहीं पवेगी। पर साडे मुल्क दे विच की है? साडे मुल्क विच इलाज घट है, बीमारी फैलाउण वाले तो असीं सारे ही आ। जिन्नी सुचमता गुरु नानक दे घर विच है, इन्नी पंडित तेरियां कारां विच नहीं है जिहड़ियां तूं लीका मारदे अपने आले दुआले। क्योंकि सतगुरु ने सुचमता केवल इशनान करन दी नहीं दिती। सतगुरु जी ने सुचमता तेरे अंदर दी भी पैदा की है। बकायदा शब्द उचारे है, कबुध डूमणी दया कुसायन, कबुध डूमणी को दया कसायन, पर निंदा घट चूड़ी, मुठी क्रोध चंडाल, ते कारी कढ़ी क्या थी है, जा चारे बैठियां नाल। जे बंदिया तेरे अंदर क्रोध है, तेरे अंदर को दया है, जे तेरे अंदर कबुध है, जे तेरे अंदर निंदे है, तो फिर तेरी सुचमता की कर दी है। मैं तो कल भी बेनती की सी कि घड़ी घड़ी हथ धोने नाल कुछ नहीं होएगा। अगर इन्हां हत्थां नाल कोई 2 चंगे काम कर दिओ तो ये हथ पवित्र हो जाणगे, ये हथ मुबारक हो जाणगे। भाई हरिद्वार तो सतगुरु अगे चले वृंदावन, जदों उधर तुरे तो भाई मरदाना पुछदा भी बाबा ये पहाड़ की है? फिर सतगुरां ने उस पहाड़ की विथ्या सुनाई। ये कथा कल आप सुन रहे सी, जदों समा पूरा हो गया कि जदों श्री रामचंद्र जी ने श्रीलंका जान वास्ते समुंदर ते पुल बनाया सी, उस वक्त श्री हनुमान जी की भी ड्यूटी लगी सी। जिथे हनुमान सैना बांदर जेड़े सी वो पत्थर लिया के पुल बना रहे सी, उथे हनुमान जी एक पहाड़ी चुक लिया। पर जदों पुल बन गया, श्री रामचंद्र जी ने कह दिता भी नहीं हुण होर पत्थर नहीं चाहिए। हनुमान जी को भी सलाह मिलिया भी हुण ये पहाड़ नहीं चाहिए, उन्होंने पहाड़ उत्थे ही रख दिता। जदों श्री रामचंद्र जी ने वेख्या भी हनुमंत सैना तो हैगी है, बांदर तो सारे आ गए तो हनुमान जी तो आए नहीं। वो कहते भी वो कित्थे ने? कहते जी वो तो पहाड़ कोल बैठा है। कहते उसनूं बुलाओ। हनुमान आया नहीं है, पर हनुमान ने एक कथा सुनाई है, ये कल आप सुन रहे सी। हाँ जी। जाहे पहाड़ उपाय अरण मह जब,
ਲਾਗੇ ਤਬੈ ਏਵ ਬਾਣੀ ਅਲਾਈ। ਇੱਕ ਬਾਂਦਰ ਨੂੰ ਸ਼੍ਰੀ ਰਾਮਚੰਦਰ ਜੀ ਨੇ ਘੱਲਿਆ ਵੀ ਜਾਓ ਹਨੂਮਾਨ ਨੂੰ ਕਹੋ ਉਹ ਸਾਡੇ ਕੋਲ ਆਵੇ। ਬਾਂਦਰ ਗਿਆ, ਹਨੂਮਾਨ ਨੇ ਕਿਹਾ ਵੀ ਮੈਂ ਨਹੀਂ ਆਉਣਾ, ਮੇਰਾ ਇੱਕ ਧਰਮ ਹੈ ਤੇ ਮੈਂ ਇਸ ਪਹਾੜ ਦੇ ਕੋਲ ਹੀ ਬੈਠਣਾ ਹੈ। ਉਹ ਵਾਪਸ ਆ ਗਿਆ, ਕਹਿੰਦਾ ਜੀ ਮੈਂ ਤੇ ਆਉਣਾ ਨਹੀਂ, ਮੈਂ ਤੇ ਇੱਥੇ ਹੀ ਰਹਿਣਾ ਹੈ। ਸ਼੍ਰੀ ਰਾਮਚੰਦਰ ਜੀ ਨੇ ਫਿਰ ਭੇਜਿਆ ਵੀ ਜਾਂ ਪੁੱਛ ਕੇ ਆ ਵੀ ਕਿਉਂ ਨਹੀਂ ਆਉਣਾ ਹੈ। ਇੱਥੋਂ ਅੱਜ ਦੀ ਕਥਾ ਸ਼ੁਰੂ ਹੈ ਕਿ ਯਾਹੇ ਪਹਾੜ ਉਪਾਰਨ ਮੈਂ ਜਬ ਲੱਗੇ ਹੋ ਤਬੇ ਇਵ ਬਾਣੀ ਅਲਾਈ। ਕਹਿੰਦੇ ਜਦੋਂ ਇਹ ਪਹਾੜ ਨੂੰ ਮੈਂ ਚੁੱਕਣ ਲੱਗਿਆ ਸੀ ਤਾਂ ਇਹ ਪੱਥਰ ਬੋਲਿਆ ਸੀ। ਇਸ ਪਹਾੜ ਨੇ ਮੇਰੇ ਨਾਲ ਇੱਕ ਵਾਰਤਾਲਾਪ ਕੀਤੀ ਸੀ। ਹਾਂਜੀ। ਮੋਹੇ ਉਚਾਵੋ ਨਾਹੇ ਅਬੈ, ਜੇ ਉਚਾਵੋ ਤਉ ਸੁਣੀਐ ਮਨ ਲਾਈ। ਪਹਾੜ ਨੇ ਕਿਹਾ ਵੀ ਹਨੂਮਾਨ ਮੈਨੂੰ ਨਾ ਚੁੱਕ, ਮੈਂ ਚੰਗਾ ਮਾੜਾ ਇੱਥੇ ਜਿੱਥੇ ਪਿਆ ਮੈਨੂੰ ਪਿਆ ਰਹਿਣ ਦੇ, ਪਰ ਜੇ ਮੈਨੂੰ ਚੁੱਕਣਾ ਹੀ, ਜੇ ਤੂੰ ਸ਼੍ਰੀ ਰਾਮਚੰਦਰ ਜੀ ਦਾ ਵਾਸਤਾ ਪਾ ਕੇ ਮੈਨੂੰ ਚੁੱਕਣਾ ਤੇ ਫਿਰ ਮੇਰੀ ਇੱਕ ਬੇਨਤੀ ਵੀ ਸੁਣ। ਹਾਂਜੀ। ਸ਼੍ਰੀ ਰਘਬੀਰ ਜਹਾਂ ਪਦ ਪੰਕਜ, ਤਾਂ ਕੇ ਤਰੇ ਮੋਹਿ ਦੇਹੋ ਟਕਾਈ। ਫਿਰ ਮੈਨੂੰ ਉੱਥੇ ਰੱਖੀ ਜਿੱਥੇ ਮੈਂ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਵਿੱਚ ਰਵਾਂ, ਉਹਨਾਂ ਦੇ ਚਰਨ ਮੇਰੇ ਉੱਤੇ ਹੋਣ ਤੇ ਥੱਲੇ ਮੈਂ ਟਿਕਿਆ ਹੋਵਾਂ। ਪੱਥਰ ਸੀ ਨਾ। ਕਹਿਣ ਲੱਗਾ ਫਿਰ ਤੇ ਮੁਬਾਰਕ ਹੈ, ਨਹੀਂ ਤੇ ਮੈਂ ਜਿਹੋ ਜਿਹਾ ਹੈਗਾ ਜਿਸ ਹਾਲਤ ਵਿੱਚ ਪਿਆ ਤੂੰ ਮੈਨੂੰ ਇੱਥੇ ਪਿਆ ਰਹਿਣ ਦੇ। ਹਾਂਜੀ। ਆਨ ਸਥਾਨ ਬਿਖੇ ਜੇ ਤਰੋ, ਤੇ ਥਾਨ ਨ ਨੀਕੇ ਰਹੋ ਇਹ ਥਾਈ। ਇਸ ਕਰਕੇ ਹੋਰ ਕਿਸੇ ਥਾਂ ਮੈਂ ਜਾਣਾ ਨਹੀਂ, ਮੈਂ ਰਹਿਣਾ ਨਹੀਂ। ਜਾਂ ਮੇਰੀ ਥਾਂ ਇੱਥੇ ਹੈ ਤੇ ਜਾਂ ਮੇਰੀ ਥਾਂ ਜਿਹੜੀ ਹੈ ਉਹ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਵਿੱਚ ਹੈ। ਹਾਂਜੀ। ਸਹੁ ਪਕਾਰ ਕੇ ਸੰਗ ਕਰੀ, ਰਘਬੀਰ ਕਰੇ ਜੈ ਸਾਰੰਗ ਪਾਨੀ। ਹਨੂਮਾਨ ਕਹਿੰਦਾ ਵੀ ਮੈਂ ਉਹਦੇ ਨਾਲ ਸਹੁੰ ਕਰ ਲਈ। ਹੁਣ ਸਾਡੇ 'ਚ ਬੜੇ ਸ਼ਬਦ ਨੇ, ਸਹੁੰ ਚੁੱਕਣੀ ਜਾਂ ਕਿਸੇ ਨੂੰ ਨੇਮ ਕਰਾਉਣਾ ਜਾਂ ਸਹੁੰ ਪਾ ਦੇਣੀ ਜਾਂ ਸਹੁੰ ਦੇਣੀ ਜਾਂ ਕਿਸੇ ਕੋਲੋਂ ਸਹੁੰ ਮੰਗ ਲੈਣੀ। ਉਹ ਕਹਿੰਦੇ ਵੀ ਉਹਨੇ ਮੈਨੂੰ ਸਹੁੰ ਪਾ ਦਿੱਤੀ ਇੱਕ ਤਰ੍ਹਾਂ ਦੀ, ਵੀ ਤੂੰ ਆਪਣੇ ਵਾਅਦੇ ਦੇ ਵਿੱਚ ਖਿਲਾਫੀ ਤਾਂ ਨਹੀਂ ਕਰੇਗਾ, ਵਾਅਦੇ ਤੋਂ ਮੁਕਰੇਗਾ ਤਾਂ ਨਹੀਂ। ਕਹਿੰਦੇ ਮੈਂ ਉਹਦੇ ਨਾਲ ਵਾਅਦਾ ਕਰ ਲਿਆ ਕਿ ਜਿੱਥੇ ਸ਼੍ਰੀ ਰਾਮਚੰਦਰ ਹੋਣਗੇ ਮੈਂ ਤੈਨੂੰ ਉਹਨਾਂ ਦੇ ਚਰਨਾਂ ਦੇ ਥੱਲੇ ਟਿਕਾਵਾਂਗਾ। ਹਾਂਜੀ। ਤਾਂ ਪਦ ਪੰਕਜ ਸੁੰਦਰ ਨੀਚੇ, ਮੈਂ ਦੇਹੋਂ ਟਿਕਾਏ ਭਲੇ ਮਨ ਬਾਨੀ। ਇਹ ਗੱਲ ਮੈਂ ਪੱਥਰ ਦੀ ਮੰਨ ਲਈ, ਪਹਾੜ ਦੀ ਮੰਨ ਲਈ ਤੇ ਪਹਾੜ ਨੂੰ ਚੁੱਕ ਲਿਆ। ਜਉ ਕਹਿ ਕੇ ਕਰ ਲੀਨ ਉਚਾਏ, ਚਲਿਓ ਮਗ ਤੂਰਨ ਜਉ ਬਲ ਖਾਨੀ। ਫਿਰ ਮੈਂ ਛੇਤੀ ਨਾਲ ਤੁਰਿਆ ਵੀ ਭਗਵਾਨ ਨੇ ਸਮੁੰਦਰ ਦੇ ਉੱਤੇ ਪੁਲ ਬਣਾਉਣਾ ਹੈ। ਮੇਰੇ ਇਸ਼ਟ ਦਾ, ਮੇਰੇ ਭਗਵਾਨ ਦਾ ਮੈਨੂੰ ਹੁਕਮ ਹੈ। ਵੇਖੋ ਇਹ ਧਰਮ ਦੀ ਦੁਨੀਆ ਦਾ ਇੱਕ ਪਹਿਲਾ ਉਪਦੇਸ਼ ਹੈ। ਉਹ ਇਹ ਹੈ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਦੇ ਕਹੇ ਅਨੁਸਾਰ ਚੱਲਣਾ। ਸਿੱਖੀ ਦਾ ਅਰਥ ਇਹ ਨਹੀਂ ਵੀ ਦਾੜੀ ਵਧਾ ਲਓ ਜੀ, ਪੱਗ ਵੱਡੀ ਬੰਨ ਲਓ ਜੀ, ਕਿਰਪਾਨ ਲੰਬੀ ਚੁੱਕ ਲਓ ਜੀ, ਮੁੜ ਕੇ ਕਰੋ ਆਪਣੀ ਮਰਜ਼ੀ। ਨਹੀਂ, ਧਰਮ ਦੇ ਵਿੱਚ ਇਹ ਪਾਠ ਨਹੀਂ ਹੈ। ਇੱਥੇ ਸਾਡੇ ਕੋਲੋਂ ਗਲਤੀ ਹੋ ਰਹੀ ਹੈ। ਨਹੀਂ ਤੇ ਜਿੱਡੇ ਵੱਡੇ ਅਸੀਂ ਘਰ ਵਿੱਚ ਰੋਜ਼ ਆਉਂਦੇ ਆ, ਕਦੇ ਝੋਲੀ ਖਾਲੀ ਰਹਿ ਸਕਦੀ ਹੈ? ਕਦੇ ਹੋ ਸਕਦਾ ਵੀ ਸਾਨੂੰ ਗੁਰੂ ਦਵੇ ਹੀ ਕੁਝ ਨਾ। ਧਰਮ ਦਾ ਉਪਦੇਸ਼ ਪਹਿਲਾ ਇਹ ਹੈ ਕਿ ਗੁਰੂ ਦੇ ਦੱਸੇ ਅਨੁਸਾਰ ਤੁਹਾਨੂੰ ਚੱਲਣਾ ਹੋਏਗਾ ਭਾਈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ।
ਆਪਾਂ ਤੇ ਨਿੱਕੀ ਜੀ ਗੱਲ ਵਿੱਚ ਛੁੱਟ ਜਾਂਦੇ ਆ ਵੀ ਗੁਰੂ ਨੇ ਕਿਹਾ। ਤੁਸੀਂ ਵੇਖੋ ਕਿਤੇ ਸਿਵਿਲੀਅਨ ਲੋਕ ਐਜੀਟੇਸ਼ਨ ਕਰਦੇ ਨੇ, ਅੱਗੇ ਫੋਰਸ ਖੜੀ ਹੈ, ਫੋਰਸ ਗੋਲੀ ਚਲਾ ਦਿੰਦੀ ਹੈ। ਕਿ ਉਹ ਜਿਹੜੇ ਸਿਪਾਹੀ ਹੁੰਦੇ ਨੇ ਕਿ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ ਨੇ? ਨਹੀਂ। ਸਜ਼ਾ ਕੀ ਹੈ? ਸਜ਼ਾ ਜਿਵੇਂ ਪਿੱਛੇ ਤੁਸੀਂ ਵੇਖਿਆ ਭਾਈ ਰਣਜੀਤ ਸਿੰਘ ਨੂੰ ਅਗਰ ਉਹ ਫੜ ਦੇ ਤੇ ਪੁਲਿਸ ਦਾ ਕੋਈ ਕਸੂਰ ਨਹੀਂ ਹੈ, ਠੀਕ ਹੈ, ਜਿਹੜੀ ਹਾਈ ਅਥਾਰਟੀ ਹੈ ਉਹਦਾ ਆਰਡਰ ਹੈ, ਉਹਨੇ ਅਰੈਸਟ ਕਰ ਲਿਆ ਨਾ। ਕੀ ਕੀਤਾ? ਆਈਜੀ ਰੈਂਕ ਦਾ ਬੰਦਾ ਉਹਦੇ ਸਿਰ ਤੇ ਜੁੱਤੀਆਂ ਸਮੇਤ ਬੂਟ ਖੜਾ ਹੋ ਗਿਆ ਉਹਦੇ ਮੂੰਹ ਤੇ। ਹੁਣ ਪੁੱਛੋ ਵੀ ਇਹ ਆਰਮੀ 'ਚ ਕਿਹਨੇ ਕਿਹਾ ਵੀ ਤੂੰ ਸਮੇਤ ਬੂਟ ਉਹਦੇ ਸਿਰ ਦੇ ਉੱਤੇ ਚੜ੍ਹੇਗਾ? ਜਦੋਂ ਪੁਲਿਸ ਗੋਲੀ ਵੀ ਚਲਾਉਂਦੀ ਹੈ ਨਾ, ਉੱਥੇ ਵੀ ਇੱਕ ਕਾਨੂੰਨ ਹੈ। ਕਾਨੂੰਨ ਕੀ ਹੈ? ਕਾਨੂੰਨ ਇਹ ਕਿ ਤੁਸੀਂ ਗੋਲੀ ਉਹਦੇ ਧੜ ਤੋਂ ਥੱਲੇ ਮਾਰਨੀ, ਉੱਤੇ ਨਹੀਂ ਮਾਰਨੀ। ਜਦੋਂ ਗੋਲੀ ਪੁਲਿਸ ਦੀ ਕਿਸੇ ਦੇ ਸਿਰ ਛਾਤੀ 'ਚ ਵੱਜਦੀ ਹੈ ਤੇ ਕੇਸ ਹੁੰਦਾ ਹੈ। ਅਗਰ ਪੁਲਿਸ ਦੀ ਗੋਲੀ ਉਹਦੀਆਂ ਲੱਤਾਂ 'ਚ ਵੱਜਦੀ ਹੈ ਤੇ ਕੋਈ ਪੁਲਿਸ ਦਾ ਕਸੂਰ ਨਹੀਂ ਹੈ। ਹਾਂ, ਇੰਨੀ ਗੱਲ ਜ਼ਰੂਰ ਪੁੱਛੀ ਜਾਂਦੀ ਹੈ ਕਿ ਗੋਲੀ ਦਾ ਹੁਕਮ ਕਿਹਨੇ ਦਿੱਤਾ ਹੈ? ਜਿਹਨੇ ਦਿੱਤਾ ਉਹ ਜ਼ਿੰਮੇਵਾਰ ਹੈ ਵੀ ਠੀਕ ਦਿੱਤਾ ਕਿ ਗਲਤ ਦਿੱਤਾ। ਫਿਰ ਸਿਪਾਹੀ ਦਾ ਕੋਈ ਕਸੂਰ ਨਹੀਂ ਹੈ। ਆਰਮੀ ਗਈ ਸੀ ਨਾ ਇਰਾਕ ਵਿੱਚ, ਪਰ ਉਸ ਗੱਲ ਤੇ ਅਮਰੀਕਾ ਵਰਗੇ ਮੁਲਕ ਨੂੰ ਵੀ ਲਾਹਨਤਾਂ ਪਈਆਂ ਕਿ ਜਦੋਂ ਇਰਾਕੀ ਕੈਦੀਆਂ ਦੇ ਉੱਤੇ ਅਮਰੀਕਨ ਲੋਕਾਂ ਨੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ, ਉਹ ਫੋਟੋਆਂ ਵਾਇਰਲ ਹੋ ਗਈਆਂ। ਹੁਣ ਤੁਸੀਂ ਕਹੋਗੇ ਜੀ ਫੋਟੋਆਂ ਕਿੱਥੋਂ ਆਈਆਂ? ਜਿਹੜੀ ਸੈਟੇਲਾਈਟ ਘੁੰਮਦੀਆਂ ਨੇ ਇਹ ਕੀ ਨੇ? ਆਪਾਂ ਤੇ ਸੀਸੀ ਕੈਮਰੇ ਵੇਖੇ ਨੇ ਨਾ, ਇਸ ਤੋਂ ਅਗਲੀ ਦੁਨੀਆ ਤੇ ਵੇਖੀ ਨਹੀਂ ਅਸੀਂ। ਦੁਨੀਆ ਇਸ ਤੋਂ ਵੀ ਬਹੁਤ ਅੱਗੇ ਹੈ। ਉਸ ਗੱਲ ਵਿੱਚ ਇੰਨੀ ਕੱਚੀ ਹੋਈ ਅਮਰੀਕਾ ਦੀ, ਇੰਨੀ ਕੱਚੀ ਹੋਈ। ਹੁਣ ਇਹ ਤਾਂ ਕਦੇ ਅਮਰੀਕਾ ਨਹੀਂ ਕਹਿ ਸਕਦਾ ਵੀ ਕਿਸੇ ਫੌਜੀ ਨੂੰ ਫੜ ਕੇ ਉਹਦੇ ਉੱਤੇ ਪਿਸ਼ਾਬ ਕਰੋ ਤੁਸੀਂ। ਜਿਵੇਂ ਸਾਡੇ ਫੜਦੇ ਨੇ ਪਹਿਲਾਂ ਪੱਗ ਲਾ ਦੇਣਗੇ, ਵੀ ਪੱਗ ਲਾਉਣ ਦਾ ਕੀ ਆਰਡਰ ਹੈ ਬਈ? ਤੁਸੀਂ ਬੰਦਾ ਫੜਨਾ ਹੈ, ਬਾਹਾਂ ਤੋਂ ਫੜੋ ਉਹਨੂੰ, ਫੜ ਕੇ ਉਹਨੂੰ ਅਰੈਸਟ ਕਰ ਲਓ, ਉਹਦੀਆਂ ਪਿੱਛੇ ਬਾਹਾਂ ਬੰਨ੍ਹ ਲਓ, ਕੋਈ ਨਹੀਂ ਰੋਕੇਗਾ ਤੁਹਾਨੂੰ। ਪਰ ਜੇ ਤੁਸੀਂ ਉਸ ਕਾਨੂੰਨ ਨੂੰ ਤੋੜੋਗੇ ਤਾਂ ਉਹ ਕਾਨੂੰਨ ਤੁਹਾਡੇ ਤੇ ਉਲਟਾ ਆ ਜਾਏਗਾ। ਔਰ ਬੜੇ ਲੋਕ ਹੁੰਦੇ ਨੇ, ਰੋਜ਼ ਉਹਨਾਂ ਦੀਆਂ ਵਰਦੀਆਂ ਲੈਂਦੀਆਂ ਨੇ, ਫਿਰ ਉਹ ਨੁਕਰੇ ਲੱਗੇ ਹੁੰਦੇ ਨੇ ਜਦੋਂ ਆਪ ਖੁਦਰੀਆਂ ਕਰਦੇ ਨੇ ਲੋਕ। ਪਰ ਅਗਰ ਵਿਦਨ ਕਾਨੂੰਨ ਉਹ ਗੱਲ ਕਰਦਾ ਤੇ ਕਾਨੂੰਨ ਨੇ ਉਹਨੂੰ ਤਾਕਤ ਦਿੱਤੀ, ਉਹ ਕਰ ਸਕਦਾ। ਸਾਨੂੰ ਗੁਰੂ ਨੇ ਇੱਕ ਮਰਿਆਦਾ ਦਿੱਤੀ ਹੈ। ਹੁਣ ਅਸੀਂ ਕੇਸ ਰੱਖੇ ਨੇ। ਹੁਣ ਕੋਈ ਆਦਮੀ ਕਵੇ ਤੂੰ ਕਿਉਂ ਰੱਖੇ ਨੇ? ਤੁਹਾਨੂੰ ਲੋੜ ਹੀ ਨਹੀਂ, ਤੁਸੀਂ ਇੱਕੋ ਗੱਲ ਕਹੋ ਮੈਨੂੰ ਗੁਰੂ ਨੇ ਹੁਕਮ ਕੀਤਾ ਸੀ ਮੈਂ ਰੱਖ ਲਏ। ਪੱਗ ਕਿਉਂ ਬੱਧੀ ਹੈ? ਮੇਰੇ ਗੁਰੂ ਦਾ ਹੁਕਮ ਹੈ। ਤੂੰ ਕੜਾ ਕਿਉਂ ਪਾਉਣਾ ਹੈ? ਮੇਰੇ ਗੁਰੂ ਦਾ ਹੁਕਮ ਹੈ। ਹੁਣ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਸਾਇੰਸ ਦੀ ਲੈਬੋਰਟਰੀ 'ਚ, ਉਹਦੇ 'ਚ ਕੈਮੀਕਲ ਪਾ ਕੇ ਫਿਰ ਕੱਢਦੇ ਹਾਂ। ਕੇਸਾਂ ਦਾ ਕੀ ਮਤਲਬ ਹੈ ਜੀ, ਕੰਘੇ ਕੀ ਮਤਲਬ ਹੈ ਜੀ, ਕਛਹਿਰੇ ਦਾ ਕੀ ਮਤਲਬ ਹੈ ਜੀ। ਕਛਹਿਰੇ ਦਾ ਮਤਲਬ ਪੁੱਛਣਾ ਤੇ ਉਹ ਬੀਜੇਪੀ ਵਾਲੇ MLA ਨੂੰ ਪੁੱਛ ਲਓ, ਜਿਹਦੇ ਪੰਜਾਬ 'ਚ ਕੱਪੜੇ ਪਾੜੇ ਤੋਂ ਮੁੜ ਕੇ ਨੰਗਾ ਹੋ ਗਿਆ। ਉਹ ਕੱਲ੍ਹ ਇੱਕ ਜੱਟ ਬੋਲੀ ਜਾਂਦਾ ਸੀ, ਉਹ ਕਹਿੰਦਾ ਜੀ ਪੁਲਿਸ ਵਾਲੇ ਕਹਿੰਦੇ ਜੀ ਇਹਨੂੰ ਨੰਗਾ ਕੀਤਾ, ਉਹ ਕਹਿੰਦਾ ਕਛਹਿਰਾ ਪਾ ਕੇ ਆ ਜਾਂਦਾ ਵੀ ਘੱਟੋ ਘੱਟ ਨੰਗਾ ਹੋਣ ਤੋਂ ਤੇ ਬਚ ਜਾਂਦਾ। ਉਹਨਾਂ ਤੋਂ ਉਹਦਾ ਝੱਗਾ ਪਜਾਮਾ ਹੀ ਪਾੜਿਆ ਸੀ, ਕੱਛਾ ਥੋੜ੍ਹਾ ਪਾੜਿਆ ਸੀ, ਕੱਛਾ ਉਹਨੇ ਪਾਇਆ ਹੀ ਨਹੀਂ ਸੀ। ਹੁਣ ਦੱਸੋ ਉਹ ਅਗਲੇ ਕੀ ਕਰਨ? ਤੁਸੀਂ ਯਕੀਨ ਕਰਨਾ, ਮੈਂ ਸੋਚਦਾ ਹੁੰਦਾ ਸੀ ਵੀ ਮੈਂ ਵੀ ਅੰਮ੍ਰਿਤ ਛਕਿਆ ਵੀ ਕਛਹਿਰਾ ਪਾਉਣਾ ਤੇ ਹੁਕਮ ਹੈ। ਆ ਨਿਹੰਗ ਸਿੰਘਾਂ ਦੀ ਨਹੀਂ ਗੱਲ ਸਮਝ ਆਈ ਵੀ ਇੱਕ ਕਛਹਿਰਾ ਪਾ ਲੈਂਦੇ ਨੇ, 1 ਲੱਖ ਨਾਲ ਬੰਨ੍ਹ ਲੈਂਦੇ ਨੇ। ਤੇ ਮੈਨੂੰ ਇੱਕ ਵਾਰੀ ਆਪਣੇ ਭੂਆ ਜੀ ਦੇ ਪਿੰਡ ਰਹਿਣਾ ਪੈ ਗਿਆ ਰਾਤ। ਮੈਂ ਬੜੇ ਤਰਲੇ ਲੈ, ਮੈਂ ਕਿਹਾ ਭੂਆ ਜੀ ਮੇਰੇ ਕੋਲ ਕਛਹਿਰਾ ਨਹੀਂ ਹੈਗਾ ਤੇ ਮੈਂ ਸਵੇਰੇ ਉੱਠ ਕੇ ਇਸ਼ਨਾਨ ਕਿਵੇਂ ਕਰਾਂਗਾ? ਉਹ ਕਹਿੰਦੇ ਕੋਈ ਨਹੀਂ ਲੱਭ ਦਿਆਂਗੇ। ਤੁਸੀਂ ਯਕੀਨ ਕਰਨਾ, ਮੁੜ ਕੇ ਪਿੰਡ ਦੇ ਗ੍ਰੰਥੀ ਤੋਂ ਹੀ ਲੱਭਾ, ਪਿੰਡ 'ਚੋਂ ਲੱਭਾ ਹੀ ਨਹੀਂ।
फिर मैनू समझ आई भी नहीं तेरे नालों निहंग ज़्यादा सियाणे ने। उन्होंने पता भी जे किते रात रहना पै गया तो नहाएगा किवें, वो एक कशहरा पा लेंदे ने, एक लक ना बन लेंदे ने। हुण सानू सुचमता दसी, असी नहीं मनी। आ करोने ने कराई सुचमता कि नहीं कराई? असी अंग्रेज़ों तो हैंडशेक कर लिया। तुहानू गुरु ने कहा सी आगे आवत सिंह जो पावै वाहिगुरु जी की फतेह गजावै। हुण बुलाई कि नहीं फतेह? फिर आपां वो किसी ने अर्थ किए नहीं ना। वो कहता सोशल डिस्टेंस का की मतलब है? कहता परे मर। असी किधर तुरे? पहला हाथ मिलाओ जी, फिर जफियां पाओ जी, फिर मूँह ना मूँह लाओ जी। असी अंग्रेज़ों तो सीख लिया, सिखा च नहीं है। सिखा च तो सीधा भी कोई आवे तो दोवें हाथ जोड़ के उन्होंने फतेह बुलाओ। हुण करोने ने कहा बुलाओ फतेह, तो बुलाई फतेह। फिर असी तुसीं कहोगे जी फतेह नहीं बुलाई, हथ तो जुड़ाते ना करोने ने, चंगे चंगिया के हथ जुड़ाते। उन्हें कहा भी नहीं हैंड शेक नहीं करना, हथ जोड़ो, एक दूजे का सन्मान करो। ये कथा की है? मैं सोचता सी भी इनू कथा नूं मैं छड्ड दियां। किते रामचंद्र जी ते हनुमान जी की कथा है, गुरु नानक साहब के नाल इहदा कोई बहुता संबंध है नहीं, पर जदों इहदा मैनूं भाव समझ आया मैं कहनी ये सुनाउणी चाहिदी है। श्री रामचंद्र जी ने कहा हनुमान नूं बुलाओ, वो कहता जी मैं नहीं आ सकता। हुण फिर बांदर गया, वो पुछ के आया हनुमान जी नूं भी तुसीं क्यों नहीं आ सकते? उन्हें फिर दसिया कि मैं पुल बनाउण वास्ते पहाड़ लिया रहा सी। पहला तो पहाड़ ने कहा भी ना चुक मैनू, तो मैं क्या नहीं मैनू लोड़ है। उन्हें कहा फिर मेरे नाल वादा कर कि की मैनू श्री रामचंद्र जी के चरणों में रखेगा? हनुमान ने कहा भी ये मेरे लिए किहड़ी औखी गल है, मैं रख दियांगा। पर अजे वो रस्ते में आ रहा सी ते श्री रामचंद्र जी ने कह दिता भी होर पत्थर चाहिए नहीं, पहाड़ चाहिए नहीं। हुण जिथे पहाड़ रह गया रस्ते में, हनुमान जी को उत्थे बहना पै गया। बैठे क्यों? क्योंकि उन्होंने उहदे नाल सौं कीती हुई सी भी भाई मैं तेरे नाल वादा खिलाफी नहीं करांगा। ते असी किते खलोते हैं? मैं थोनू अज दे बंदे दा ईमान सुनावां, सुनाया तो बहुत वारी है। मैं भी एक ढाडी तो सुनिया सी कि बच्चा घर आया कॉलेज तो माँ वेंदे कहती काका ये पग किहदी बधी हो? अज तो बाद अपने घर ध्यान रखियो, जो तुहाडे बच्चे आउंदे ने ना घर, पुछो काका पेन किहदा है, ये झोले विच कापी किहदी है, ताकि बच्चे नूं पता होवे कि मैं चोरी करके चीज़ घर लैके नहीं जानी। माँ ने आउंदे पुछया कहती पुत्त पग किहदी है? माँ नूं पता सी भी सवेरे बन के कोई होर गया है तो वापस बन के कोई होर आया। कहता माँ ये पग मेरे दोस्त दी है, मेरे मित्र दी है। कहती क्यों तेरी पग नूं की होया सी? कहता माँ मेरी पग नूं कुछ नहीं सी होया, असी दोवां ने पग वटाई है। माँ ने कहा पुत्र ये तो बहुत माड़ा कीता। हुण माँ संस्कारी सी ते मुंडा सी साडे वर्गा। वो कहता माँ भी इच माड़ा की हो गया? कहती पुत्र तेनू पग वटाउण दा पता है अर्थ की हुंदे ने? कहता नहीं। कहती पग वटाउण दा अर्थ हुंदा भी अज तो बाद ओदी माँ तेरी माँ, तेरी माँ ओदी माँ, अज तो बाद ओदा बाप तेरा बाप ते तेरा बाप ओदा बाप, ओदी भैन तेरी भैन ते तेरी भैन ओदी भैन, तेरा भरा ओदा भरा, ओदा भरा तेरा भरा, ओदी इज्जत तेरी इज्जत, तेरी इज्जत ओदी इज्जत। वो जो माँ बोलणों ही ना हटी, कहता बेबे चुप कर जा। कहती क्यों? कहता बेबे मैं ये पग नहीं वटाई। पग वटाउण दा हुंदा सी मतलब एक जिम्मेवारी, एक दूजे नाल अहद करना कि अज तो बाद आपां कट्ठे जीवांगे कट्ठे मरांगे। इनू कहते होंदे सी पग वट भरा बने।
ਉਹ ਬੱਚਾ ਕਹਿੰਦਾ ਮਾਂ ਮੈਂ ਇਦਾਂ ਦੀ ਪੱਗ ਨਹੀਂ ਵਟਾਈ। ਉਹ ਕਹਿੰਦਾ ਫਿਰ ਤੂੰ ਕਿਹੜੀ ਵਟਾਈ ਹੈ? ਕਹਿੰਦਾ ਮੇਰੀ ਪਾਰਟੀ ਸੀ, ਉਹਦੀ ਨਵੀਂ ਸੀ, ਮੈਂ ਵਟਾ ਲਈ। ਅਗਰ ਹਨੂਮਾਨ ਜੀ ਸਾਡੇ ਵਰਗੇ ਹੁੰਦੇ ਤੇ ਚੁੱਕ ਕੇ ਮਾਰਦੇ ਪੱਥਰ, ਕਹਿੰਦੇ ਮਿੱਤਰਾ ਮੇਰੇ ਬਾਬੇ ਦਾ ਕੰਮ ਬਣ ਗਿਆ, ਮੈਂ ਚੱਲਿਆ। ਨਹੀਂ, ਉਹ ਪੱਥਰ ਕੋਲ ਹੀ ਬੈਠਾ ਹੈ। ਉਹ ਕਹਿੰਦਾ ਜੀ ਮੈਂ ਇਹਦੇ ਨਾਲ ਸਹੁੰ ਕੀਤੀ ਹੈ ਤੇ ਮੈਂ ਇਸ ਪਹਾੜ ਨੂੰ ਛੱਡ ਕੇ ਨਹੀਂ ਆ ਸਕਦਾ। ਸੇਤ ਸੰਪੂਰਨ ਹੋਏ ਗਇਓ ਤਬ ਆਪ ਨ ਆਇਸ ਜਉ ਫੁਰਮਾਨੀ। ਜਦੋਂ ਪੁਲ ਪੂਰਾ ਹੋ ਗਿਆ, ਸੇਤੂ ਪੂਰਾ ਹੋ ਗਿਆ ਤੇ ਭਗਵਾਨ ਤੁਹਾਡਾ ਹੁਕਮ ਆ ਗਿਆ ਕਿ ਹੋਰ ਪੱਥਰ ਹੋਰ ਪਹਾੜ ਨਹੀਂ ਚਾਹੀਦੇ। ਹਾਂਜੀ, ਜੋ ਜੇ ਥਾਨ ਬਿਖੈ ਗਿਰ ਲਿਆਵਤ ਸੋ ਤੇ ਥਾਨ ਮੈਂ ਦੇਹੋ ਟਿਕਾਈ। ਜੇ ਤੁਹਾਡਾ ਹੁਕਮ ਸੀ ਕਿ ਜਿਹੜਾ ਕੋਈ ਪੱਥਰ ਪਹਾੜ ਚੁੱਕ ਕੇ ਲਿਆ ਰਿਹਾ ਹੈ ਉਹ ਜਿੱਥੇ ਹੋਵੇ ਉਹ ਉੱਥੇ ਹੀ ਪੱਥਰ ਨੂੰ ਪਹਾੜ ਨੂੰ ਟਿਕਾ ਕੇ ਤੇ ਆ ਜਾਵੇ, ਭਾਵ ਅੱਗੇ ਲੈ ਕੇ ਆਉਣ ਦੀ ਲੋੜ ਨਹੀਂ। ਹਾਂਜੀ, ਆਏ ਅਸ ਰਾਹਵਰ ਕੀ ਸੁਣ ਗਏ ਅਸ ਮੰਜਸ ਜਾਨ ਰਿਦੇ ਕਪਰਾਈ। ਹੁਣ ਹਨੂਮਾਨ ਕਹਿੰਦੇ ਨੇ ਕਿ ਮੈਂ ਭਗਵਾਨ ਅਸਮੰਜਸ ਵਿੱਚ ਆ, ਮੈਂ ਫੈਸਲਾ ਹੀ ਨਹੀਂ ਕਰ ਪਾ ਰਿਹਾ। ਤੁਹਾਡਾ ਹੁਕਮ ਹੈ ਕਿ ਪਹਾੜ ਜਿੱਥੇ ਹੈਗਾ ਉੱਥੇ ਰੱਖ ਕੇ ਆ ਜਾਓ। ਹੁਣ ਜੇ ਆਗਿਆ ਦਾ ਪਾਲਣ ਕਰਾਂ ਤੇ ਮੈਨੂੰ ਆ ਜਾਣਾ ਚਾਹੀਦਾ, ਤੇ ਜੇ ਪੱਥਰ ਦੇ ਨਾਲ ਮੈਂ ਵਾਅਦੇ ਦੀ ਗੱਲ ਕਰਾਂ ਤੇ ਉਹਨੂੰ ਛੱਡ ਕੇ ਮੈਂ ਆ ਨਹੀਂ ਸਕਦਾ, ਕਿਉਂਕਿ ਉਹਨੂੰ ਚੁੱਕਣ ਤੋਂ ਪਹਿਲਾਂ ਮੈਂ ਉਹਦੇ ਨਾਲ ਇੱਕ ਵਾਅਦਾ, ਇੱਕ ਪ੍ਰੋਮਿਸ ਕੀਤਾ ਸੀ ਕਿ ਮਿੱਤਰਾ ਮੈਂ ਜੇ ਤੈਨੂੰ ਚੁੱਕਾਂਗਾ ਤੇ ਮੈਂ ਤੈਨੂੰ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਵਿੱਚ ਟਿਕਾਵਾਂਗਾ। ਹਾਂਜੀ, ਜੇ ਨਾ ਤਜੋ ਧਰਮ ਦਾਸਨ ਕੋ ਸੋ ਨਾਸ ਹੋਵੇ ਜਾਤ ਨ ਨਾਹੇ ਭਲਾਈ। ਆਖਿਆ ਮਹਾਰਾਜ ਜੇ ਮੈਂ ਤੁਹਾਡਾ ਹੁਕਮ ਨਹੀਂ ਮੰਨਦਾ ਤੇ ਜਿਹੜਾ ਦਾਸ ਧਰਮ ਹੈ ਉਹ ਖਤਮ ਹੁੰਦਾ ਹੈ। ਸੇਵਕ ਦਾ ਵੀ ਇੱਕ ਹੁਕਮ ਹੈ, ਸੇਵਕ ਦਾ ਖਿਮਾ ਕਰਨਾ, ਸੇਵਕ ਦਾ ਵੀ ਇੱਕ ਧਰਮ ਹੈ। ਉਹ ਕੀ ਹੈ? ਗੁਰ ਕੇ ਗ੍ਰਹਿ ਸੇਵਕ ਜੋ ਰਹਿ ਕਰੋ ਕਿਰਪਾ। ਇਹ ਭਗਤੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ। ਗੁਰ ਕੈ ਗ੍ਰਹਿ ਕਰੋ ਕਿਰਪਾ, ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਹੁਣ ਆਪਾਂ ਨਹੀਂ ਬੋਲਣਾ ਚਾਹੁੰਦੇ ਤੇ ਚਲੋ ਠੀਕ ਹੈ। ਅਗਲੀ ਪੰਕਤੀ ਹੈ ਗੁਰ ਕੀ ਆਗਿਆ ਮਨ ਮੈਂ ਸਹਿ। ਜੇ ਗੁਰੂ ਦੇ ਘਰ ਵਿੱਚ ਸੇਵਕ ਬਣ ਕੇ ਰਹਿਣਾ ਹੈ ਤਾਂ ਫਿਰ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੋਏਗਾ। ਚਲੋ ਇਹ ਤੇ ਬੜੀ ਵੱਡੀ ਗੱਲ ਹੈ ਜੀ, ਕੌਣ ਗੁਰੂ ਤੇ ਕੌਣ ਸਿੱਖ। ਨੌਕਰ ਦੀ ਮਰਿਆਦਾ ਸੁਣਨੀ ਹੈ। ਜਦੋਂ ਸਵੇਰੇ ਆਸਾ ਦੀ ਵਾਰ ਦਾ ਭੋਗ ਪੈਣ ਲੱਗਦਾ ਹੈ ਨਾ, ਫਿਰ ਇਹ ਸ਼ਬਦ ਆਉਣੇ ਸ਼ੁਰੂ ਹੋ ਜਾਂਦੇ ਨੇ। ਚਾਕਰ ਲੱਗੈ ਚਾਕਰੀ, ਚਾਕਰ ਦੇ ਅਰਥ ਆਉਂਦੇ ਜੀ ਨੌਕਰ। ਜੇ ਚੱਲੇ ਖਸਮੇ ਭਾਏ, ਨੌਕਰ ਨੌਕਰੀ ਕਰੇ ਤੇ ਆਪਣੇ ਖਸਮ ਦੇ ਅਦਬ ਵਿੱਚ ਰਵੇ। ਜੇ ਚੱਲੇ ਖਸਮੇ ਭਾਏ ਫਿਰ ਕੀ ਹੈ? ਹੁਰਮਤ ਤਿਸ ਨੂੰ ਅਗਲੀ, ਉਹ ਵਜੋ ਪਹਿਦੂ ਨਾ ਖਾਏ। ਉਹ ਆਪਣੀ ਤਨਖਾਹ ਨਾਲੋਂ ਵੱਧ, ਜਿਹਨੂੰ ਆਪਾਂ ਤੁਸੀਂ ਇਨਾਮ ਕਹਿੰਦੇ ਹੋ, ਵਜੀਫੇ ਕਹਿੰਦੇ ਹੋ, ਸੁਗਾਤਾਂ ਗਿਫਟ ਕਹਿੰਦੇ ਹੋ, ਇਹ ਸਾਰੇ ਕੁਝ ਹੀ ਲੈਂਦਾ। ਇਹ ਦੋ ਸ਼ਬਦ ਨੇ, ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਆਪੇ ਆਪ ਨੂੰ ਗਵਾਉਣਾ ਹੈ, ਸੇਵਾ ਕਰਨੀ ਤਾਂ ਜਾ ਕੇ ਇੱਜ਼ਤ ਮਿਲਣੀ ਹੈ। ਤੇ ਜੇ ਹਰ ਮਾਲਕ ਦੀ ਗੱਲ ਨਾਲ, ਹੁਣ ਮਾਲਕ ਨੇ ਕਿਹਾ ਵੀ ਪਰੌਂਠੇ ਬਣਾ ਲਓ, ਤੋ ਕਵੇ ਵੀ ਨਹੀਂ ਤੁਹਾਨੂੰ ਪਤਾ ਹੀ ਹੈ ਡਾਕਟਰ ਕਹਿੰਦੇ ਨੇ ਤਲੀਆਂ ਮਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਚਲੋ ਕਹੂਗਾ ਚੱਲ ਕਾਕਾ ਠੀਕ ਹੈ ਕੁਛ ਹੋਰ ਬਣਾ ਲਾ। ਹੁਣ ਅਗਲਾ ਦਿਨ ਆਇਆ, ਮਾਲਕ ਕਹਿੰਦਾ ਵੀ ਭਾਈ ਕੋਈ ਸਾਊਥ ਦੀ ਡਿਸ਼ ਬਣਾ ਲੈ। ਹੁਣ ਫਿਰ ਕਹਿਣ ਲੱਗ ਜੇ ਨਹੀਂ ਮਹਾਰਾਜ ਜੀ ਉਹ ਤੇ ਫਿਰ ਆ ਹੋਏਗਾ ਜੀ, ਉਹ ਹੋਏਗਾ ਜੀ।
ਪਰ ਤੁਸੀਂ ਸਮਝ ਲਓ ਵੀ ਤੀਜਾ ਦਿਨ ਨਹੀਂ ਕੱਟਦਾ ਉਹ, ਵੀ ਤੂੰ ਕੀ ਲੈਣਾ ਹੈ। ਤੈਨੂੰ ਸਿਰਫ ਤੇਰੀ ਮਰਿਆਦਾ ਇਹ ਹੈ ਕਿ ਤੂੰ ਮਾਲਕ ਦੇ ਹੁਕਮ ਨੂੰ ਮੰਨਣਾ ਹੈ, ਉਹਦੇ ਵਿੱਚ ਆਪਣੀ ਚਤਰਾਈ ਨਹੀਂ ਕਰਨੀ। ਇਹ ਸਾਰੇ ਵਚਨ ਸਤਿਗੁਰੂ ਦੀ ਬਾਣੀ 'ਚ ਲਿਖੇ ਨੇ ਕਿ ਜੇ ਤੁਸੀਂ ਅੱਗੋਂ ਬੋਲੋਗੇ ਤੇ ਭਾਈ ਤੁਸੀਂ ਆਪਣਾ ਹੱਕ ਵੀ ਗਵਾ ਕੇ ਬਹਿ ਜਾਓਗੇ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਉਹ ਦੋਵੇਂ ਥਾਵਾਂ ਗਵਾ ਲੇਗਾ ਆਪਣੀਆਂ, ਉਹ ਆਪਣੀਆਂ ਦੋਵੇਂ ਥਾਵਾਂ ਗਵਾ ਲੇਗਾ। ਹੁਣ ਸ਼੍ਰੀ ਹਨੂਮੰਤ ਜੀ ਕਹਿੰਦੇ ਨੇ ਵੀ ਭਗਵਾਨ ਮੈਂ ਕੀ ਕਰਾਂ, ਜੇ ਮੈਂ ਆਉਣਾ ਤੇ ਵਾਅਦਾ ਖਿਲਾਫੀ ਹੁੰਦੀ ਹੈ, ਜੇ ਨਹੀਂ ਆਉਂਦਾ ਤੇ ਮੇਰਾ ਜਿਹੜਾ ਦਾਸ ਧਰਮ ਹੈ ਉਹ ਖਤਮ ਹੁੰਦਾ ਹੈ। ਦਾਸ ਧਰਮ ਤੇ ਹੀ ਹੈ ਨਾ ਵੀ ਆਗਿਆ 'ਚ ਰਹਿਣਾ ਹੈ, ਹੁਕਮ ਮੰਨਣਾ ਹੈ। ਹਾਂਜੀ, ਜੇ ਤਜ ਜਾਓ ਗਿਰਾ ਮਮ ਝੂਠ ਹੈ, ਐਸ ਵਿਚਾਰ ਰਹਿਓ ਤੇ ਥਾਈ। ਤੇ ਜੇ ਪੱਥਰ ਪਹਾੜ ਨੂੰ ਛੱਡ ਕੇ ਆਵਾਂ ਤੇ ਵਾਅਦਾ ਖਿਲਾਫੀ ਹੁੰਦੀ ਹੈ, ਤੇ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਬਣ ਜਾਏਗੀ ਕਿ ਵਾਅਦੇ ਤੋੜਨ ਵਾਲਿਆਂ ਵਿੱਚ ਇੱਕ ਹਨੂਮਾਨ ਵੀ ਸੀ। ਪਹਿਲਾਂ ਲੋਕ ਨਹੀਂ ਸੀ ਤੋੜਦੇ। ਲੋਕ ਇੱਕ ਬੜਾ, ਸ਼ਾਇਦ ਤੁਸੀਂ ਇਹ ਗੱਲ ਆਪ ਜੀ ਨੇ ਵੀ ਸੁਣੀ ਹੋਵੇ, ਜਦੋਂ ਸਕੂਲਾਂ ਵਿੱਚ ਪੜ੍ਹੀਦਾ ਸੀ ਨਾ, ਤੇ ਇੱਕ ਮੁਹਾਵਰਾ ਬੋਲਿਆ ਜਾਂਦਾ ਸੀ ਵੀ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਉਹਦੇ ਪਿੱਛੇ ਇੱਕ ਕਹਾਣੀ ਹੈ ਕਿ ਗੰਨੇ ਦਾ ਖੇਤ ਸੀ ਤੇ ਜ਼ਿਮੀਂਦਾਰ ਨੇ ਵੇਖਿਆ ਵੀ ਉਹਦੇ ਖੇਤ ਦੇ ਵਿੱਚੋਂ ਖਰਗੋਸ਼ ਲੰਘਿਆ, ਕਹਿੰਦੇ ਉੱਥੇ ਬਹਿ ਗਿਆ। ਕਿਸੇ ਨੇ ਪੁੱਛਿਆ ਵੀ ਕਿ ਇੱਥੇ ਕਿਵੇਂ ਬੈਠਾ, ਕਹਿੰਦਾ ਵੀ ਇਧਰੋਂ ਸਿਹਾ ਲੰਘਿਆ ਸੀ, ਖਰਗੋਸ਼ ਨੂੰ ਸਿਹਾ ਕਹਿੰਦੇ ਨੇ, ਤੇ ਮੈਨੂੰ ਹੁਣ ਇਹ ਡਰ ਹੈ ਵੀ ਇਹਨੂੰ ਇੱਕ ਨੂੰ ਲੰਘੇ ਨੂੰ ਵੇਖ ਕੇ ਦੂਜਾ ਲੰਘੇਗਾ, ਤੀਜਾ ਲੰਘੇਗਾ, ਚੌਥਾ ਲੰਘੇਗਾ, ਹੌਲੀ ਹੌਲੀ ਪੱਗ ਡੰਡੀ ਬਣੇਗੀ, ਪੱਗ ਡੰਡੀ ਤੋਂ ਮੁੜ ਕੇ ਰਸਤਾ ਬਣ ਜਾਏਗਾ। ਪਹਿਲਾਂ ਲੋਕ ਇਸ ਗੱਲ ਦਾ ਬੜਾ ਧਿਆਨ ਕਰਦੇ ਸੀ। ਸ਼ੁਰੂ ਚ ਲੋਕ ਇਸ ਗੱਲ ਦੀ ਬੜੀ ਪਹਿਰੇਦਾਰੀ ਕਰਦੇ ਸੀ ਕਿ ਕੋਈ ਰਵਾਇਤ ਨਾ ਬਣ ਜਾਏ, ਕੋਈ ਮਾੜੀ ਪਰੰਪਰਾ ਨਾ ਬਣ ਜਾਏ। ਹਾਂਜੀ, ਸ਼੍ਰੀ ਰਘਬੀਰ ਕਹਿਓ ਸੁਣ ਕਏ, ਜੁਗ ਦਵਾਪੁਰ ਮੈਂ ਧਰ ਹੂੰ ਅਵਤਾਰੂ। ਫਿਰ ਸ਼੍ਰੀ ਰਾਮਚੰਦਰ ਨੇ ਇੱਕ ਬਾਂਦਰ ਨੂੰ ਫਿਰ ਘੱਲਿਆ ਵੀ ਜਾ ਹਨੂਮਾਨ ਨੂੰ ਜਾ ਕੇ ਕਹਿ ਵੀ ਭਰਾਵਾ ਤੇਰੀ ਵੀ ਪੂਰੀ ਹੋ ਜਾਏਗੀ, ਮੈਂ ਤੇਰੀ ਵੀ ਮੰਨ ਲਵਾਂਗਾ। ਕਿਵੇਂ? ਕਹਿੰਦੇ ਇਸ ਤੋਂ ਬਾਅਦ ਜਿਹੜਾ ਮੇਰਾ ਅਗਲਾ ਅਵਤਾਰ ਹੋਏਗਾ ਉਹ ਇੱਥੇ ਹੀ ਹੋਏਗਾ। ਸ਼੍ਰੀ ਰਾਮਚੰਦਰ ਜੀ ਨੇ ਕਿਹਾ ਵੀ ਜਿਹੜਾ ਇਸ ਤੋਂ ਮੈਂ ਅਗਲਾ ਅਵਤਾਰ ਧਾਰਨ ਕਰਾਂਗਾ, ਸ਼੍ਰੀ ਰਘਬੀਰ ਕਹਿਓ ਸੁਣ ਕੇ, ਜੁਗ ਦਵਾਪਰ ਮੈਂ ਧਰ ਹੂੰ ਅਵਤਾਰ। ਜਦੋਂ ਦਵਾਪਰ ਯੁੱਗ ਆਵੇਗਾ ਤੇ ਮੈਂ ਮੁੜ ਅਵਤਾਰ ਧਾਰਨ ਕਰਾਂਗਾ। ਹਾਂਜੀ, ਊਪਰ ਤਾਂ ਕੇ ਬਿਲਾਸ ਕਰੋ, ਚਿਰ ਕਾਲ ਲੋ ਮੈਂ ਪਗ ਸੰਗ ਬਿਹਾਰੂ। ਮੈਂ ਇਸੇ ਪਹਾੜ ਦੇ ਉੱਤੇ ਵਿਚਰਾਂਗਾ, ਇੱਥੇ ਰਵਾਂਗਾ। ਮੈਂ ਬਹੁਤ ਲੰਬਾ ਸਮਾਂ ਇੱਥੇ ਇਸ ਪਹਾੜ ਦੇ ਉੱਪਰ ਮੈਂ ਵਰਤਦਾ ਰਵਾਂਗਾ। ਜਾਂ ਉਹਨੂੰ ਕਹਿ ਵੀ ਤੇਰਾ ਬਚਨ ਵੀ ਪੂਰਾ ਹੋ ਜਾਏਗਾ। ਹਾਂਜੀ, ਸੋ ਸੁਣ ਕੇ ਹਨੂਮਾਨ ਕੇ ਤੀਰ ਗਇਓ, ਸਭ ਹੀ ਬਿਦ ਕੀਨ ਉਚਾਰੂ। ਜਦੋਂ ਇਹ ਗੱਲ ਸ਼੍ਰੀ ਹਨੂਮਾਨ ਜੀ ਨੇ ਸੁਣੀ ਕਿ ਜਿਹੜਾ ਮੈਂ ਵਾਅਦਾ ਪਹਾੜ ਨਾਲ ਕੀਤਾ ਹੈ ਉਹ ਚਲੋ ਜੇ ਤ੍ਰੇਤੇ ਵਿੱਚ ਨਹੀਂ ਤੇ ਦਵਾਪਰ 'ਚ ਪੂਰਾ ਹੋ ਜਾਏਗਾ। ਹਾਂਜੀ, ਤਉ ਹਨੂਮਾਨ ਪਿਆਨ ਕੀਓ, ਜੈ ਠਾਂਡੇ ਹੁਤੇ ਰਘੁਬੰਸ ਕੁਮਾਰੂ। ਫਿਰ ਸ਼੍ਰੀ ਹਨੂਮਾਨ ਜੀ ਉਸ ਪਹਾੜ ਨੂੰ ਛੱਡ ਕੇ ਸ਼੍ਰੀ ਰਾਮਚੰਦਰ ਜੀ ਦੇ ਪਾਸ ਆ ਗਏ। ਹਾਂਜੀ, ਤਬ ਕੋ ਇਹ ਥਾਨ ਤਰਾ ਸੋ ਤਰਾ ਧਰ,
ਧਾਰ ਅਵਤਾਰ ਮੁਰਾਰ ਸੁਹਾਏ। ਭਾਈ ਮਰਦਾਨੇ ਨੇ ਪੁੱਛਿਆ ਸੀ, ਮਹਾਰਾਜ ਇਹ ਬ੍ਰਿੰਦਾਬਨ ਦੇ ਵਿੱਚ ਪਹਾੜ ਹੈ ਤੇ ਸਿੰਗਲ ਪਹਾੜ ਹੈ, ਕੱਲਾ ਪਹਾੜ ਹੈ, ਇੱਕੋ ਹੀ ਪਹਾੜ ਹੈ, ਨਾ ਅੱਗੇ ਨਾ ਪਿੱਛੇ, ਕਿਉਂਕਿ ਜਿੱਥੇ ਪਹਾੜੀ ਧਰਤੀ ਹੁੰਦੀ ਹੈ ਉੱਥੇ ਪਹਾੜ ਹੀ ਪਹਾੜ ਹੁੰਦੇ ਨੇ, ਨਹੀਂ ਤਾਂ ਕੁਝ ਪਹਾੜ ਤਾਂ ਹੋਣਗੇ ਨਾ, ਇਹ ਤਾਂ ਨਹੀਂ ਨਾ ਵੀ ਇੱਕ ਪਹਾੜੀ ਅੱਗੇ ਪਿੱਛੇ ਕੁਝ ਵੀ ਨਹੀਂ। ਤੇ ਇਹਦਾ ਕਾਰਨ ਕੀ ਹੈ? ਉਹ ਕਾਰਨ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਨੇ ਸਮਝਾਇਆ। ਹਾਂਜੀ, ਸਭ ਗੋਪਨ ਮਹਿ ਮਿਲ ਕੈ ਮਧਸੂਦਨ, ਬਾਲਕ ਸੰਗ ਮੈਂ ਖੇਲ ਮਚਾਏ। ਇੱਥੇ ਜਿਹੜੇ ਮਧਸੂਦਨ ਸਨ ਉਹ ਬੱਚਿਆਂ ਦੇ ਨਾਲ ਖੇਡਾਂ ਖੇਡਦੇ ਸਨ, ਬੜਾ ਲੰਬਾ ਸਮਾਂ ਉਹ ਬ੍ਰਿੰਦਾਬਨ ਵਿੱਚ ਰਹੇ। ਹਾਂਜੀ, ਇਹ ਜਾਨ ਪੁਨੀਤ ਪਹਾੜ ਬਡੋ, ਪਦ ਕੇਸਵ ਨੇ ਬਹੁ ਕਾਲ ਲਗਾਏ। ਕੇਸ਼ਵ ਨੇ, ਕ੍ਰਿਸ਼ਨ ਜੀ ਦਾ ਇੱਕ ਨਾਮ ਕੇਸ਼ਵ ਵੀ ਹੈ, ਸ਼ਿਆਮ ਵੀ ਹੈ, ਕ੍ਰਿਸ਼ਨ ਵੀ ਹੈ, ਮਧਸੂਦਨ ਵੀ ਹੈ। ਕਈ ਵਾਰੀ ਬੱਚਿਆਂ ਨਾਲ ਖੇਡਦਿਆਂ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਪਹਾੜ ਨੂੰ ਆਪਣੇ ਚਰਨ ਛੁਹਾਏ ਸਨ। ਹਾਂਜੀ, ਜਹ ਨਾਸ਼ ਕਰੇ ਸਭ ਦੈਤਨ ਕੇ ਕੁਲ, ਔਰ ਤਰਾਹ ਬਹੁ ਪਾਰ ਮਿਟਾਏ। ਉਹ ਕੇਸ਼ਵ ਕੌਣ ਹੈ? ਜਿਨੇ ਦੈਂਤ ਮਾਰੇ ਸਨ, ਤੇ ਦੈਂਤਾਂ ਚੋਂ ਵੱਡਾ ਕੌਣ ਸੀ? ਉਹ ਕੰਸ ਸੀ। ਜਿੱਥੇ ਦੇਵਤਿਆਂ ਨੂੰ, ਜਿਹੜੇ ਮੁਨੀ ਜਨ ਲੋਕ ਸੀ, ਉਹਨਾਂ ਨੂੰ ਸੁਖ ਦਿੱਤੇ ਨੇ। ਹਾਂਜੀ, ਕਾਲਿੰਦਰੀ ਤਟ ਸ਼੍ਰੀ ਗੁਰੂ, ਬੈਠੇ ਸਰਬ ਸੁਨਾਏ। ਹੁਣ ਜਮਨਾ ਦਾ ਨਾਂ ਕਲਿੰਦਰੀ ਵੀ ਹੈ, ਜਮਨਾ ਦਾ ਨਾਂ ਸੂਰਜ ਦੀ ਧੀ ਵੀ ਹੈ, ਬੜੇ ਨਾਂ ਨੇ। ਹੁਣ ਜਮਨਾ ਦੇ ਕੰਢੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜਦੋਂ ਬ੍ਰਿੰਦਾਬਨ ਗਏ ਤੇ ਆਪਣਾ ਆਸਣ ਕਰਦੇ ਨੇ। ਹਾਂਜੀ, ਮਰਦਾਨਾ ਹਰਖਤ ਪਇਓ, ਗਿਰ ਪ੍ਰਸੰਗ ਕੋ ਪਾਏ। ਭਾਈ ਮਰਦਾਨਾ ਬੜਾ ਪ੍ਰਸੰਨ ਸੀ ਕਿ ਉਹਨੇ ਜਿਹੜਾ ਸਵਾਲ ਕੀਤਾ ਸੀ, ਗੁਰੂ ਸਾਹਿਬ ਨੇ ਉਹਦੀ ਸਾਰੀ ਕਥਾ ਸੁਣਾ ਦਿੱਤੀ। ਹਾਂਜੀ, ਤਹੀਂ ਸਥਾਨ ਮਿਲਾ ਥੋ ਭਾਰੀ, ਪ੍ਰਭ ਲਖਿਓ ਆਏ ਨਰ ਨਾਰੀ। ਇੱਥੇ ਜਦੋਂ ਸਤਿਗੁਰੂ ਆਏ ਤੇ ਇੱਥੇ ਵੀ ਮੇਲਾ ਲੱਗਿਆ ਹੋਇਆ ਸੀ, ਇੱਥੇ ਵੀ ਕੋਈ ਪੁਰਬ ਸੀ। ਮੈਂ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ ਵੀ ਜਿਹਨੂੰ ਟਾਈਮ ਮੈਨੇਜਮੈਂਟ ਕਹਿੰਦੇ ਨੇ ਨਾ, ਉਹ ਬਾਬੇ ਨਾਨਕ ਤੋਂ ਸਿੱਖਣ ਦੀ ਲੋੜ ਹੈ। ਬੜੇ ਬਚਨ ਨੇ ਬਾਬੇ ਦੇ। ਵੇਖੋ, ਇੱਕ ਬਚਨ ਇਹ ਹੈ ਕਿ ਵਕਤ ਵਿਚਾਰੇ ਸੋ ਬੰਦਾ ਹੋਏ, ਕਿਹੜੀ ਗੱਲ ਕਦੋਂ ਕਰਨੀ, ਕਿਹੜਾ ਕੰਮ ਕਦੋਂ ਕਰਨਾ ਹੈ। ਅਗਰ ਤੁਹਾਨੂੰ ਇਹ ਸਮਝ ਆ ਜਾਏ ਤੇ ਸਮਝ ਲਓ ਤੁਸੀਂ ਇਨਸਾਨੀਅਤ ਦਾ ਇੱਕ ਜਿਹੜਾ ਗੁਣ ਹੈ ਉਹ ਆਪਣੇ ਅੰਦਰ ਪੈਦਾ ਕਰ ਲਿਆ। ਵਕਤ ਦੀ ਵਿਚਾਰ ਕਰਨੀ, ਸਮੇਂ ਦੀ ਨਜ਼ਾਕਤ ਨੂੰ ਪਛਾਣਨਾ। ਹੁਣ ਕਈ ਗੱਲਾਂ ਕਿਤੇ ਨਹੀਂ ਕਰਨ ਜੋਗੀਆਂ ਹੁੰਦੀਆਂ, ਕਈ ਗੱਲਾਂ ਕਿਤੇ ਕਰ ਲੈਣੀਆਂ ਚਾਹੀਦੀਆਂ ਨੇ। ਹੁਣ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਇਹ ਵੀ ਗੁਰੂ ਨਾਨਕ ਦੇ ਹਿੱਸੇ ਵਿੱਚ ਆਇਆ। ਅਸੀਂ ਉਹ ਲੋਕ ਹਾਂ ਜਿਹੜੇ ਕੋਰਟ ਕਚਹਿਰੀ ਜਾ ਕੇ ਕਿਸੇ ਪੋਥੀ ਤੇ, ਕਿਸੇ ਧਰਮ ਗ੍ਰੰਥ ਤੇ ਹੱਥ ਰੱਖ ਕੇ ਝੂਠ ਬੋਲ ਦਿੰਦੇ ਆ, ਪਰ ਸ਼ਾਮ ਨੂੰ ਸ਼ਰਾਬ ਦੇ ਪਿਆਲੇ ਤੇ ਬਹਿ ਕੇ ਅਸੀਂ ਸੱਚ ਬੋਲ ਦਿੰਦੇ ਆ ਕਿ ਇਹ ਕੇਸ ਤੇ ਇਦਾਂ ਹੋਇਆ ਸੀ। ਤੇ ਜਦੋਂ ਜੱਜ ਨੇ ਕਿਹਾ ਵੀ ਤੂੰ ਕਹਿ ਕਿ ਮੈਂ ਆਪਣੇ ਧਰਮ ਨੂੰ ਸਾਖੀ ਮੰਨ ਕੇ, ਮੈਂ ਇਸ ਧਰਮ ਗ੍ਰੰਥ ਤੇ ਹੱਥ ਰੱਖ ਕੇ ਇਹ ਵਾਅਦਾ ਕਰਦਾ ਮੈਂ ਜੋ ਬੋਲਾਂਗਾ ਮੈਂ ਸੱਚ ਬੋਲਾਂਗਾ, ਪਰ ਉੱਥੇ ਝੂਠ ਬੋਲ ਦਿੱਤਾ। ਹੁਣ ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਤੋਂ ਸਿੱਖਣ ਵਾਲੀਆਂ। ਹੁਣ ਕੀ ਟਾਈਮ ਮੈਨੇਜਮੈਂਟ ਹੈ ਵੀ ਜੇ ਕੁਰੂਕਸ਼ੇਤਰ ਗਏ ਤੇ ਸੂਰਜ ਗ੍ਰਹਿਣ ਸੀ, ਜੇ ਹਰੀਦੁਆਰ ਗਏ ਤੇ ਇਸ਼ਨਾਨ ਦਾ ਪੁਰਬ ਸੀ, ਜੇ ਬ੍ਰਿੰਦਾਬਨ ਆਏ ਤੇ ਉੱਥੇ ਵੀ ਮੇਲਾ ਲੱਗਿਆ ਹੋਇਆ ਸੀ। ਤੇ ਸਥਾਨ ਮੇਲਾ ਥੋ ਭਾਰੀ, ਪਰਬ ਲੱਗਿਓ ਆਏ ਨਰ ਨਾਰੀ। ਬੜੀ ਦੁਨੀਆ ਆਈ ਸੀ ਉੱਥੇ ਭਾਈ। ਹਾਂਜੀ, ਬ੍ਰਹਮਚਾਰੀ ਬੈਰਾਗੀ ਜਤੀ, ਬਹੁਤ ਬੈਸਨੋ ਦਿਸਵਸ਼ਟ ਸਤੀ। ਇਹਨਾਂ ਦੇ ਵਿੱਚ ਕੌਣ ਕੌਣ ਆਏ ਨੇ? ਬ੍ਰਹਮਚਾਰੀ ਆਏ ਨੇ, ਬੈਰਾਗੀ ਆਏ ਨੇ,
ਜਤੀ ਆਏ ਨੇ, ਵੈਸ਼ਨੂ ਆਏ ਨੇ, ਦਿਸ਼ਪੱਟ ਅਲਫ ਨੰਗੇ ਜਿਹੜੇ ਕੱਪੜੇ ਹੀ ਨਹੀਂ ਪਾਉਂਦੇ ਉਹ ਵੀ ਆਏ ਨੇ। ਸਤੀ ਜਤੀ ਹੋਰ ਨੇ, ਸਤੀ ਹੋਰ ਨੇ, ਜੋਗੀ ਹੋਰ ਨੇ, ਜੰਗਮ ਹੋਰ ਨੇ, ਸੰਨਿਆਸੀ ਹੋਰ ਨੇ, ਸਰੇਵੜੇ ਹੋਰ ਨੇ। ਇਹ ਵੱਖਰੇ ਵੱਖਰੇ ਨੇ। ਸੰਤ ਸਮੂਹ ਅਨੇਕ ਮਤੀ ਕੇ, ਇਹਨਾਂ ਮਹਾਤਮਾ ਲੋਕਾਂ ਦੇ ਹਜ਼ਾਰਾਂ ਮਤ ਨੇ। ਹਾਂਜੀ। ਤਪੀ ਔਰ ਸੰਨਿਆਸੀ ਆਏ, ਬ੍ਰਿਜ ਬਿਖੇ ਨਰ ਪੁੰਜ ਸੁਹਾਏ। ਤਪੀ ਵੱਖਰੇ ਹੁੰਦੇ ਨੇ ਜਿਹੜੇ ਤਪ ਕਰਦੇ ਨੇ, ਸੰਨਿਆਸੀ ਵੱਖਰੇ ਹੁੰਦੇ ਨੇ ਜਿਹੜੇ ਸੰਨਿਆਸ ਲੈ ਲੈਂਦੇ ਨੇ, ਸਭ ਕੁਝ ਛੱਡ ਦਿੱਤਾ ਜੀ। ਇੱਥੇ ਬ੍ਰਿਜ ਭੂਮੀ ਦੇ ਵਿੱਚ ਸਭ ਸਾਧੂ ਮਹਾਤਮਾ ਮਨੁੱਖ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਇੱਥੇ ਕੋਈ ਪੁਰਬ ਸੀ, ਮੇਲਾ ਸੀ। ਹਾਂਜੀ। ਸ਼੍ਰੀ ਗੁਰੂ ਨਾਨਕ ਅੰਤਰ ਜਾਮੀ, ਸਭ ਘਟ ਕੀ ਜਾਣਤ ਭੇ ਸੁਆਮੀ। ਗੁਰੂ ਨਾਨਕ ਦੇ ਮਹਾਰਾਜ ਅੰਤਰਜਾਮੀ ਸਭ ਦੇ ਹਿਰਦਿਆਂ ਦੀ ਜਾਣਦੇ ਨੇ। ਅੰਧ ਧੁੰਦ ਵਰਤਿਆ ਜਗ ਮਾਹੀ, ਸੁਧ ਆਤਮੈ ਨਰ ਕੋ ਨਾਹੀ। ਸਤਿਗੁਰੂ ਜਾਣਦੇ ਸੀ ਕਿ ਅੰਧਾ ਧੁੰਦ ਦਾ ਵਰਤਾਰਾ ਹੈ, ਸ਼ੁੱਧ ਆਤਮਾ ਕਿਸੇ ਦੀ ਨਹੀਂ ਹੈ, ਸਿਰਫ ਅੱਧ ਧੁੰਦ ਹੈ। ਅੱਜ ਵੀ ਤੁਸੀਂ ਵੇਖੋ, ਕਿਸੇ ਬੰਦੇ ਨੂੰ ਤੁਹਾਡੀ ਹਿੰਮਤ ਹੀ ਨਹੀਂ ਕਿ ਤੁਸੀਂ ਕਿਸੇ ਨੂੰ ਕਹਿ ਸਕੋ ਵੀ ਇਹ ਕੀ ਹੈ। ਸਾਡੇ 'ਚ ਬਹੁਤੇ ਲੋਕ ਅਜੇ ਵੀ ਇੱਥੇ ਨੇ ਜੀ। ਲੋਕ ਕੀ ਕਹਿਣਗੇ? ਕਦੇ ਉਹ ਜਿਹੜੇ ਉਹ ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਵਾਲੇ ਲੋਕ ਵੇਖੇ ਨੇ ਤੁਸੀਂ? ਉਹ ਕੀ ਕਰਦੇ ਨੇ? ਗਲ 'ਚ ਇੱਕ ਥੈਲੀ ਪਾ ਲੈਂਦੇ ਨੇ। ਚਲੋ ਠੀਕ ਹੈ, ਥੈਲੀ ਵਿੱਚ ਉਹ ਹੱਥ ਪਾ ਲੈਂਦੇ ਨੇ। ਉਹ ਤੇ ਕਦੇ ਨਹੀਂ ਕਹਿੰਦੇ ਵੀ ਕੋਈ ਵੇਖ ਕੇ ਪੁੱਛੇਗਾ ਵੀ ਕਿਉਂ ਤੇਰੀ ਬਾਂਹ ਟੁੱਟੀ ਹੈ। ਹੁੰਦਾ ਕੀ, ਉਹਦੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਸਿਮਰਨਾ ਹੁੰਦਾ ਹੈ ਤੇ ਉਹਨੂੰ ਸਿਮਰਨੇ ਨੂੰ ਫੇਰਦੇ ਰਹਿੰਦੇ ਨੇ। ਉਹਨਾਂ ਦਾ ਮਤ ਹੈ। ਉਹ ਤੇ ਕਦੇ ਨਹੀਂ ਕਹਿੰਦੇ ਵੀ ਸਾਨੂੰ ਲੋਕ ਮਖੌਲ ਕਰਨਗੇ ਜੀ, ਟਿਚਰਾਂ ਕਰਨਗੇ ਜੀ, ਹਾਸਾ ਕਰਨਗੇ ਜੀ, ਠੱਠਾ ਕਰਨਗੇ ਜੀ, ਅਸੀਂ ਇੱਦਾਂ ਕਿਉਂ ਕਰੀਏ ਜੀ। ਸਾਨੂੰ ਤੇ ਨਿੱਕੀ ਨਿੱਕੀ ਗੱਲ ਤੋਂ ਸਾਨੂੰ ਤੇ ਇਹ ਵੀ ਲੱਗਦਾ ਵੀ ਜੇ ਮੇਰੇ ਵਾਲ ਚਿੱਟੇ ਹੋ ਗਏ ਤੇ ਪਤਾ ਨਹੀਂ ਕੋਈ ਲੋਕ ਕੀ ਕਹਿਣਗੇ ਮੈਨੂੰ। ਜਿਹੜੇ ਲੋਕ ਅਸੀਂ ਸਿਰ ਦੇ ਵਾਲ ਦਾੜੀਆਂ ਰੰਗਦੇ ਆ, ਇਹਦੇ ਨਾਲ ਕੋਈ ਸ਼ੂਗਰ ਦਾ, ਬਲੱਡ ਪ੍ਰੈਸ਼ਰ ਦਾ, ਕੈਂਸਰ ਦਾ ਕੋਈ ਫਾਇਦਾ ਤਾਂ ਨਹੀਂ ਹੁੰਦਾ। ਕੋਈ ਗੋਡਿਆਂ ਦੇ, ਮੋਢਿਆਂ ਦੇ, ਕੋਈ ਜੋੜਾਂ ਦੀ ਦਰਦ ਨਹੀਂ ਘਟਦੀ, ਕੋਈ ਪੇਟ ਦੀ ਗੈਸ ਨਹੀਂ ਠੀਕ ਹੁੰਦੀ, ਕੋਈ ਦਾੜ ਪੀੜ ਨਹੀਂ ਠੀਕ ਹੁੰਦੀ, ਕੋਈ ਅੱਖਾਂ ਦੀ ਨਜ਼ਰ ਨਹੀਂ ਠੀਕ ਹੁੰਦੀ ਵੀ ਚਲੋ ਦਾੜੀ ਕਰ ਲਓ ਠੀਕ ਦਿਸਣ ਲੱਗ ਜਾਏਗਾ। ਸਿਰਫ ਇੱਕੋ ਹੀ ਗੱਲ ਹੈ ਵੀ ਕੋਈ ਕਿਤੇ ਇਹ ਨਾ ਕਹਿ ਦੇ ਵੀ ਤੂੰ ਬੁੱਢਾ ਹੋ ਗਿਆ ਹੈ। ਕਿਸੇ ਨੇ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਜ਼ਰੂਰ ਹੈ। ਹਰ ਗੱਲ ਦੀ ਕੋਈ ਨਾ ਕੋਈ ਉਥਾਨਕ ਹੈ, ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੈ। ਸਤਿਗੁਰੂ ਜਾਣਦੇ ਸੀ ਅੰਧਾ ਧੁੰਦ ਦੁਨੀਆ ਹੈ, ਸ਼ੁੱਧ ਆਤਮਾ ਕਿਸੇ ਦੀ ਨਹੀਂ ਹੈ। ਹਾਂਜੀ। ਭਵ ਬੰਧਨ ਕੇ ਬਾਂਧੇ ਸਭ ਹੀ, ਛੂਟਨ ਹੋਏ ਨ ਤਨ ਕੋ ਕਬ ਹੀ। ਇਹ ਭਵ ਬੰਧਨਾਂ ਵਿੱਚ ਬੱਧੇ ਲੋਕ ਨੇ, ਇਹ ਲੋਕ ਕਦੇ ਛੁੱਟ ਨਹੀਂ ਸਕਣਗੇ। ਅਸੀਂ ਲੋਕਾਚਾਰ ਵਿੱਚ ਕਿੰਨੇ ਬੱਧੇ ਹੋਏ ਹਾਂ, ਸਮਾਜਿਕ ਤਾਣੇ ਬਾਣੇ ਵਿੱਚ ਅਸੀਂ ਕਿੰਨੇ ਉਲਝੇ ਹੋਏ ਹਾਂ। ਕਾਮ ਕ੍ਰੋਧ ਲੋਭ ਅਹੰਕਾਰਾ, ਇਨ ਮੈਂ ਵਰਤਿਆ ਮੋਹ ਗੁਬਾਰਾ। ਮਨੁੱਖਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਹੰਕਾਰ, ਤੇ ਇਹਦੇ ਵਿੱਚ ਮੋਹ ਦਾ ਗੁਬਾਰ ਵੀ ਹੈ। ਇਹ ਵਿਸ਼ੇ ਵਿਕਾਰ ਵੱਖਰੇ ਨੇ, ਇਹਦੇ ਵਿੱਚ ਅੱਗੇ ਫਿਰ ਮੋਹ ਮਮਤਾ ਬੜੀ ਹੈ। ਹਾਂਜੀ। ਬਾਸੁਰ ਮਹਿ ਤਰ ਦੰਭ ਅਨੇਕਾ, ਬਾਤ ਬਣਾਏ ਸੁਣਾਏ ਬਬੇਕਾ। ਹੁਣ ਆਸਾ ਦੀ ਵਾਰ ਪੜੋਗੇ ਤਾਂ ਵੀ ਤੁਹਾਨੂੰ ਪਤਾ ਲੱਗੇਗਾ ਕਿ ਮਨੁੱਖ ਕੀ ਕਰਦੇ ਨੇ। ਸਵਾਂਗ ਰਚਦੇ ਨੇ, ਤੁਸੀਂ
हर साल रामलीला होंदी है। हुण रामलीला दे विच एक बच्ची सीता बन जाती है। मैं तो रामलीला बड़ियां ही वेखियां ने, क्योंकि मेरा अपना जिहड़ा पिंड है वो बिल्कुल राजस्थान के नेड़े है, तो साडे पिंड तो अगे सारे पिंड ही बागड़ियां दे ने, वो सारे हिंदू वीर ने, वो तो बड़ी शरधा नाल रामलीला अपने पिंडां विच करदे ने। तो जदों मैं छोटा सी उदों मनोरंजन है ही कोई नहीं सीगा। उदों तो रेडियो भी किसी चंगे सौखे के घर च हुंदा सी, टीवी का तो मतलब ही कोई नहीं, टीवी तो आए नहीं सी। ईवन साडे पिंडां 'च तो बिजली भी है नहीं सी, टीवी कित्थों चलना सी। फिर सारा साल ढीकदे रहीदा सी भी रामलीला वेखण जाया करांगे जदों दशहरे के दिन आउणगे। हुण उस रामलीला च की हुंदा है, एक हनुमान बन जाता है। हुण हनुमान का करैक्टर किड्डा वड्डा है। हुण इधर रामायण चों वेखण जाओ भी हनुमान कौन है। हुण उहदे च सीता जी का करैक्टर किड्डा किड्डा वड्डा है। पर जे पिंड की ऐसी औरत सीता बन जाए जिहड़ी लोकां दे विच जिहदी इज्जत ना होवे, तो दसो उस करैक्टर दे नाल इंसाफ हो सकदा है? हुण रात नूं रामायण खेडणी, उहदे विच राम दा रोल करना है, तो जे दिन वेले पौआ पी पी के तुरिया फिरदा होवे ते राम नूं किहड़ा श्री रामचंद्र उहनूं मन लेगा बई। उत्थे फिर उस बंदे का धर्म बनता है। साडे च भी 5 प्यारे बनते हैं, पर उन्हां 5 प्यारिਆਂ ਦੇ उत्ते फिर ये जिम्मेवारी आयद होंदी है भी ये नहीं भी नगर कीर्तन च केसरा चोला पाया तो अगे तो उदा शाम नूं ठेके दे बूहे अगे। हालांकि साडे सिर्फ 5 प्यारिਆਂ ਦਾ ही रोल किया जाता है, पर हिंदू धर्म दे विच कृष्ण भी बन जाते हैं, भगवान शिव भी बन जाते हैं, कई बीबियां पार्वती बन जांदियां ने, कई जति लक्ष्मण बने होंदे ने। तो जे कोई लक्ष्मण का रोल करे तो फिर ये तो नहीं होना चाहिए भी वो महीने बाद 6 महीनों बाद थाने फड़िया होवे भी वो तो जी किते आचरणहीन गल करदा फड़िया गया है। तो फिर भाई तू लक्ष्मण जी का रोल तू किवें कर सकदा है? इस गल का सतगुरु ने विरोध किया है कि नहीं, नौटंकी नहीं हो सकती। ये तो नौटंकी है ना। हुण मेरे वर्गा कल नूं गुरु गोबिंद सिंह का रोल करे तो नौटंकी होर की है? कोई व्यक्ति गुरु गोबिंद सिंह हो सकता है? नहीं, कोई व्यक्ति श्री रामचंद्र नहीं हो सकता। हर स्त्री सीता माता नहीं हो सकती। सीता तो एक करैक्टर है, आचरण है। बनवास श्री रामचंद्र नूं होया सी। अज दी औरत होंदी तो उन्हें कहना सी कोई नहीं जी तुसीं जाओ मगरों मैं संभालदी हाँ। उन्हें कहा नहीं मैनूं कुछ नहीं चाहिए मगरों। ये शब्द गुरबाणी च लिखे है, धूड़ी विच लुड़ंदड़ी सोहा नानक तै शह नाले। पत्नी का धर्म यह है कि तू पति नाल रहना है, भावें तेनों अद्धी रोटी खा के रहना पवे। हुण ये जिहड़ा पति व्रत धर्म पत्नी व्रत धर्म है, ये कथा सुनने वालियां ने। क्योंकि सतगुरु वृंदावन सतगुरु कृष्ण जी के उपासक नहीं सन, ते ना ही साडा धर्म किसी अवतार पैगंबर की कोई बुराई करता है। हुण इत्थे सतगुरु उन्हां दा विरोध करनगे जिहड़े उत्थे रासलीला पाउंदे ने। कोई गोपी बन जाता, कोई कृष्ण बन जाता, फिर वो नचदे ने टपदे ने। मेरे को एक वीडियो भी हैगी, कहोगे तो मैं तुहानूं भेज भी देंगा। और रामलीला दे विच एक कुड़ी गीत गा रही है, और इतने गंदे गीत गा रही है कि अलाउ होना चाहिए? रामायण एक पवित्र एक कथा है। मेरे अपने पिंड च अद्धे हिंदू ने, जो नहीं सी रामलीला खेडी जाती लोग राम कथा सुनते होंदे सी बह के। पंडित ने आना, उन्हें पोथी पढ़ के सुनानी। इत्थे गुरु जी सानू उत्थे लैके जाणगे कि नहीं भाई तुसी रासा नहीं पा सकते, तुसी उन्हां दीयां नकलां नहीं उतार सकते, तुसी उन्हां दे जीवन तो कुछ सीख सकते हो, पर तुसी खुद कहो जी मैं ही कृष्ण हाँ जी,
ਇੱਕ ਬੰਸਰੀ ਫੜ ਲਈ ਤੇ ਕ੍ਰਿਸ਼ਨ ਹੋ ਗਿਆ, ਨਹੀਂ, ਸ਼੍ਰੀ ਕ੍ਰਿਸ਼ਨ ਇਦਾਂ ਨਹੀਂ ਹੋ ਸਕਦਾ। ਕ੍ਰਿਸ਼ਨ ਉਹੀ ਹੈ ਜਿਹੜਾ ਜਸ਼ੋਦਾ ਦਾ ਪੁੱਤਰ ਹੈ। ਹਰ ਵਿਅਕਤੀ ਨੁਟੰਕੀ ਨਹੀਂ ਕਰ ਸਕਦਾ। ਕੱਲ ਭਾਈ ਗੁਰਪ੍ਰੀਤ ਸਿੰਘ ਹੋਰੀ ਹਾਜ਼ਰੀ ਭਰਨਗੇ, ਦਾਸ ਨੇ ਦਰਬਾਰ ਸਾਹਿਬ ਜਾਣਾ ਹੈ। ਪਰਸੋਂ ਤੋਂ ਮੈਂ ਫਿਰ ਸਤਿਗੁਰੂ ਕਿਰਪਾ ਕਰਨ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰ ਸਕਾਂ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।